ਅਸੀਂ ਦੇਖਿਆ ਜੀ ਗਣਤੰਤਰ ਦਿਵਸ ਤੇ ਜੋ ਕਿ ਨਿਸ਼ਾਨ ਸਾਹਿਬ ਨੂੰ ਲੈ ਕੇ ਕਾਫੀ ਹਾਏ ਤੌਬਾ ਮਚਾਈ ਗਈ। ਇੱਥੇ ਨੌਜਵਾਨਾਂ ਕੋਲ ਕਿਸਾਨੀ ਝੰਡਾ ਵੀ ਹੈ, ਨਿਸ਼ਾਨ ਸਾਹਿਬ ਵੀ ਹੈ, ਸਭ ਇਕਜੁੱਟਤਾ ਦਾ ਇੱਥੇ ਦਿਖਾ ਰਹੇ ਨੇ। ਕਿਸਾਨ ਆਗੂ ਨੇ ਕਿਹਾ ਵੀ ਸਾਰੇ ਲੋਕ 3 ਵਜੇ 1 ਮਿੰਟ ਲਈ ਹੌਰਨ ਵਜਾਣਗੇ। ਕੀ ਇਹ ਮੈਸੇਜ ਵਾਕਈ ਜਿੱਦਾਂ ਤੁਸੀਂ ਕਹਿ ਰਹੇ ਹੋ ਸੁੱਤੀ ਸਰਕਾਰ ਤੱਕ ਪਹੁੰਚੂਗਾ ਕਿ ਨਹੀਂ ਪਹੁੰਚੂਗਾ? ਜਿਵੇਂ ਕਿ ਕੰਗਨਾ ਵੱਲੋਂ ਟਵੀਟ ਕੀਤੇ ਜਾ ਰਿਹਾ, ਇੰਟਰਨੈਸ਼ਨਲ ਹੋ ਚੁੱਕਾ ਹੈ ਅੰਦੋਲਨ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? 2-3 ਦਿਨ ਪਹਿਲਾਂ ਜਿਹੜੇ ਬੈਰੀਕੇਡਾਂ ਦੀ ਗੱਲ ਕੀਤੀ ਆ, ਕਿਸਾਨ ਤਾਂ ਅਨਾਜ ਬੀਜਦਾ, ਜਿਹੜੀਆਂ ਸਰਕਾਰਾਂ ਉਹਨਾਂ ਨੇ ਉੱਥੇ ਕਿੱਲ ਬੀਜੇ ਆ, ਕਿੱਦਾਂ ਦੇਖਦੇ ਹੋ? देख सकते हो जी असी इस टाइम लाडोवाल टोल प्लाजा ते जिथे कि तुहानू लाइव तस्वीरां दिखाने आ। लाडोवाल टोल प्लाजा ते जिथे कि पिछले 4 महीनों तो इत्थे धरना लग्या होया है। लाइव तस्वीरां इस टाइम दियां जो कि किसान जथेबंदियां वालों ऐलान किया गया सी 12 तो 3 बजे तक दा चक्का जाम दा। इत्थे किसान आगू संबोधन कर रहे ने, दिखाने ना तुहानू लाइव तस्वीरां दिखाने आ। ओ लाइव तस्वीरां चक्का जाम दियां दिखण लई खेतीबाड़ी मंत्री तोमर वालों भी कल फिर तो बयान आया सी कि ये जो बिल ने किसानों के समर्थन विच हन। उत्थे ही तुसी देख सकते हो कि हाले कि किसान आगुआं वालों बार बार ये दस्सिया जा रहा है कि बिल किसानों के लिए किन्ने घातक हन। जिथे वड्डी गिणती विच इत्थे बजुर्ग अते वीर बैठे हन, उत्थे मातावां अते भैणां वालों भी काफ़ी भरवां हुंगारा इस चक्का जाम नूं दिता जा रहा है। तुसी देख सकते हो सिटी होम न्यूज़ ते लाइव तस्वीरां लाडोवाल टोल प्लाजा जो कि किसान जथेबंदियां वालों ऐलान किया गया सी अज दे चक्का जाम दा। तुहानू लाइव तस्वीरां दिखा रहे हैं सिटी होम न्यूज़ ते लाइव तस्वीरां तुसी देख सकते हो। कहना चाहोगे अज दे चक्का जाम ते तुसी? ਇਹ ਜਿਹੜਾ ਚੱਕਾ ਜਾਮ ਆ ਅਸੀਂ ਇਹਦਾ ਬਹੁਤ ਸਹਿਯੋਗ ਕਰਦੇ ਆ, ਕਿਉਂਕਿ ਜਿਹੜੇ ਮੋਦੀ ਨੇ ਕਾਲੇ ਕਾਨੂੰਨ ਬਣਾਏ ਆ 3 ਕਾਨੂੰਨ, ਉਹ ਸਾਡੇ ਲਈ ਬਹੁਤ ਘਾਤਕ ਆ। ਇਹ ਸੰਘਰਸ਼ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ ਇਹ ਕਦੀ ਵੀ ਪਿੱਛੇ ਹਟਣ ਵਾਲਾ ਨਹੀਂ, ਨਾ ਅਸੀਂ ਪਿੱਛੇ ਹਟਾਂਗੇ, ਕਿਉਂਕਿ ਅਸੀਂ 10ਵੇਂ ਪਾਤਸ਼ਾਹ ਦੇ ਵਾਰਸ ਹਾਂ। ਅਸੀਂ ਕਦੀ ਵੀ ਇਹ ਜਿਹੜਾ ਕਾਲੇ ਕਾਨੂੰਨ ਆ ਅਸੀਂ ਇਹਨਾਂ ਨੂੰ ਪੰਜਾਬ 'ਚ ਲਾਗੂ ਨਹੀਂ ਹੋਣ ਦਿਆਂਗੇ। ਪੂਰੇ ਹਿੰਦੁਸਤਾਨ ਦੇ ਵਿੱਚ ਜੋ ਮਰਜ਼ੀ ਹੋ ਜਾਵੇ, ਜਿੰਨੀਆਂ ਮਰਜ਼ੀ ਕੁਰਬਾਨੀਆਂ ਕਰਨੀਆਂ ਪੈਣ ਸਾਨੂੰ, ਅਸੀਂ ਇਹ ਕਾਲੇ ਕਾਨੂੰਨ ਹਰ ਹੀਲੇ ਵਿੱਚ ਵਾਪਸ ਕਰਾ ਕੇ ਹਟਾਂਗੇ। ਔਰ ਅੱਜ ਦਾ ਜਿਹੜਾ ਜਾਮ ਹੈ ਇਹ ਬੜਾ ਕਾਮਯਾਬ ਹੈ। ਅਸੀਂ 12 ਤੋਂ 3 ਵਜੇ ਤੱਕ ਇਸੇ ਤਰ੍ਹਾਂ ਜਾਮ ਰੱਖਾਂਗੇ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਵੀ ਜਿਹੜੇ ਸਾਡੇ ਬੀਬੀਆਂ ਭੈਣਾਂ ਦਿੱਲੀ ਬਾਰਡਰਾਂ ਦੇ ਉੱਪਰ ਇੰਨਾ ਕੁਛ ਸਰਕਾਰ ਜਿਹੜੀ ਤਸ਼ੱਦਦ ਕਰ ਰਹੀ ਆ, ਜਿਹੜੇ 3 ਕਾਲੇ ਕਾਨੂੰਨ ਆ ਖੇਤੀ ਦੇ, ਇਹਨਾਂ ਨੂੰ ਰੱਦ ਕਰਕੇ ਜਲਦੀ ਤੋਂ ਜਲਦੀ ਇਹਨੂੰ ਖਤਮ ਕਰਕੇ ਕਿ ਜਿਹੜੇ ਬੱਚੇ ਨੌਜਵਾਨ ਦਿੱਲੀ ਦੇ ਵਿੱਚ ਪੁਲਿਸ ਨੇ ਫੜੇ ਹੋਏ ਨਜਾਇਜ਼ ਤਰੀਕੇ ਦੇ ਨਾਲ, ਉਹਨਾਂ ਨੂੰ ਰਿਹਾ ਕੀਤਾ ਜਾਵੇ ਬਗੈਰ ਕਿਸੇ ਗੱਲ ਤੋਂ। ਤਾਂ ਜਿਹੜੀ ਡਿਮਾਂਡ ਆ, ਮੰਗ ਆ ਕਿਸਾਨ ਵੀਰਾਂ ਦੀ, ਕਿਸਾਨਾਂ ਕੱਲਿਆਂ ਦੀ ਮੰਗ ਨਹੀਂ, ਪੂਰੇ ਆਲ ਓਵਰ ਇਹ ਸਾਰੇ ਜਨ ਅੰਦੋਲਨ ਹੋ ਗਿਆ। ਇਹ ਸਾਰੇ ਦੀ ਮੰਗ ਵਾ ਇਹ ਵੀ ਇਹਨੂੰ ਜਲਦੀ ਤੋਂ ਜਲਦੀ ਖਤਮ ਕਰਕੇ ਇਹਨੂੰ ਕਾਨੂੰਨ ਕਾਲੇ ਕਾਨੂੰਨ ਜਿਹੜੇ ਆ ਮੋਦੀ ਸਰਕਾਰ ਵਾਪਸ ਲਵੇ। ਅਸੀਂ ਧੰਨਵਾਦ ਕਰਾਂਗੇ ਇਹਨਾਂ ਦਾ। ਆਪੋ ਆਪਣੇ ਪਰਿਵਾਰਾਂ ਦੇ ਵਿੱਚ ਬੱਚੇ ਪਹੁੰਚਣ, ਕਿਉਂਕਿ ਇੱਥੇ ਜਿਹੜਾ ਇਸ ਵੇਲੇ ਲੋਕਾਂ ਦਾ ਇਕੱਠ ਵਾ ਆਮ ਪਿੰਡਾਂ ਵਿੱਚੋਂ ਆ ਰਿਹਾ, ਇਹ ਸਿਰਫ ਇੱਕੋ ਇਹ ਆ, ਲੋਕਾਂ ਦੀ ਡਿਮਾਂਡ ਇਹ ਆ, ਕਿਸਾਨਾਂ ਦੀ ਡਿਮਾਂਡ ਇਹ ਆ, ਆਮ ਪਬਲਿਕ ਦੀ ਡਿਮਾਂਡ ਇਹ ਆ ਕਿ ਲੋਕਾਂ ਨੂੰ ਪਬਲਿਕ ਨੂੰ ਤੰਗ ਨਾ ਕੀਤਾ ਜਾਵੇ। ਜਿਹੜੀ ਗੌਰਮੈਂਟ ਸੈਂਟਰ ਗੌਰਮੈਂਟ ਵਾ ਇਹ ਤਸ਼ੱਦਦ ਕਰਕੇ ਲੋਕਾਂ ਦੇ ਨਜਾਇਜ਼ ਪਰਚੇ ਬਣਾ ਕੇ ਗਲਤ ਤਰੀਕੇ ਨਾਲ ਉੱਥੇ 26 ਜਨਵਰੀ ਜੋ ਹੈ ਉਹ ਵੀ ਗਲਤ ਹੋਇਆ। ਇਹ ਸਾਰੀ ਗੁਣੀ ਮਿੱਥੀ ਸ਼ਾਸਤਰੀ ਗੌਰਮੈਂਟ ਦੀ ਆਪ ਕਰਵਾ ਰਹੇ ਸਾਰੇ। ਇਸ ਕਰਕੇ ਮੈਂ ਚਾਹੁੰਦਾ ਇਹੀ ਜਿਹੜਾ ਅੱਜ ਵੀ ਇੱਥੇ 3 ਘੰਟੇ ਲਈ ਚੱਕਾ ਜਾਮ ਕੀਤਾ ਗਿਆ, ਅਸੀਂ ਇਹਦਾ ਸਮਰਥਨ ਕਰਦੇ ਹਾਂ। ਮੈਂ ਕਾਲੇ ਕਾਨੂੰਨਾਂ ਦੇ ਵਿਰੁੱਧ ਵਾ, ਸਾਡਾ ਪਿੰਡ ਵਿਰੁੱਧ, ਆਮ ਸਾਰਾ ਆਲ ਓਵਰ ਸਾਰਾ ਵਿਰੁੱਧ ਆ ਜੀ। ਠੀਕ ਨੇ ਕਿ ਖੇਤੀਬਾੜੀ ਮੰਤਰੀ ਨੇ ਕੱਲ ਫਿਰ ਤੋਂ ਬਿਆਨ ਦਿੱਤਾ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਕੀ ਕਹਿਣਾ ਚਾਹੋਗੇ ਇਹਦੇ ਤੇ? ਇਹ ਸਭ ਗੱਲਾਂ ਗਲਤ ਆ, ਜੋ ਕਹਿ ਰਹੇ ਇਹ ਗਲਤ ਆ। ਇਹ ਜੋ ਵੀ ਇਹਨਾਂ ਨੇ ਕਾਲੇ ਕਾਨੂੰਨ ਬਣਾਏ ਉਹਨਾਂ ਨੂੰ ਰੱਦ ਕਰਨਾ ਚਾਹੀਦਾ। ਕੋਈ ਵਿੱਚ ਜਦੋਂ ਇਹ ਕਹਿੰਦੇ ਆ ਵਿੱਚੋਂ ਤੁਸੀਂ ਇਹਨਾਂ ਨੂੰ ਠੀਕ ਕਰ ਲਓ,
ਪਰ ਇਹ ਕਿਉਂ ਨਹੀਂ ਮੰਨ ਰਹੇ? ਜਦੋਂ ਇਹਨਾਂ ਨੂੰ ਕਹਿੰਦੇ ਵੀ ਰੱਦ ਕਰ ਲਓ, 2-4 ਸਾਲ ਬਾਅਦ ਫੇਰ ਕਾਨੂੰਨ ਕੋਈ ਨਵਾਂ ਬਣਾ ਲਿਓ, ਫੇਰ ਉਹਦੇ ਵਿੱਚ ਤਾਂ ਕੋਈ ਗੱਲ ਇਦਾਂ ਦੀ ਕੋਈ ਹੈ ਨਹੀਂ। ਇਹ ਤਾਂ ਐਵੇਂ ਮੱਲੋ ਮੱਲੀ ਲੰਬਾ ਕੰਮ ਕਰ ਰਹੇ ਆ, ਦੁਨੀਆ ਨੂੰ ਦੁਖੀ ਕਰ ਰਹੇ ਆ। ਦੁਨੀਆ ਦੁਖੀ ਆ, ਤੁਸੀਂ ਸਾਹਮਣੇ ਹੀ ਆ ਸਾਰਾ ਕੁਝ ਕੀ ਦੇਖਦੇ ਆ। ਇੱਥੇ ਬੱਚਾ ਵੀ ਆ ਰਿਹਾ, ਸਾਰੇ ਬੱਚੇ ਨੂੰ ਪਤਾ ਵੀ ਕਾਨੂੰਨ ਗਲਤ ਬਣਾਏ ਜਾ ਰਹੇ ਆ। ਜੋ ਕੋਈ ਇਹਨਾਂ ਨੇ ਸਿਰ ਮੜਿਆ ਬਹੁਤ ਗਲਤ ਹੋਇਆ। ਲਾਡੂਵਾਲ ਟੋਲ ਪਲਾਜ਼ਾ ਤੇ ਜੇ ਕਿ ਵੱਡੀ ਗੱਲ ਇੱਥੇ ਇਹ ਹੈ ਕਿ ਜਿੱਥੇ ਕਿਸਾਨ ਵੀਰ ਬਜ਼ੁਰਗ ਉੱਥੇ ਹਨ, ਉੱਥੇ ਮਾਤਾਵਾਂ ਵੱਲੋਂ ਵੀ ਭੈਣਾਂ ਵੱਲੋਂ ਵੀ ਕਾਫੀ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਇਸ ਕਿਸਾਨ ਅੰਦੋਲਨ ਨੂੰ। ਸਾਡੇ ਨਾਲ ਇੱਥੇ ਯੂਥ ਵੀ ਹੈ, ਜਿੱਥੇ ਬਜ਼ੁਰਗ ਵੀਰ ਭੈਣਾਂ ਮਾਤਾਵਾਂ ਹਨ, ਉੱਥੇ ਯੂਥ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਇਸ ਕਿਸਾਨ ਅੰਦੋਲਨ ਨੂੰ। ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਹੈ ਪਵਨੀਤ ਕੌਰ ਗਿੱਲ। ਕਿੱਥੋਂ ਆਏ ਹੋ ਜੀ ਤੁਸੀਂ? ਮੈਂ ਲੁਧਿਆਣੇ ਤੋਂ ਹੀ ਬਿਲੋਂਗ ਕਰਦੀ ਹਾਂ। ਸਪੈਸ਼ਲ ਆਏ ਹੋ? ਅੱਜ ਚੱਕਾ ਜਾਮ ਦੀ ਕਾਲ ਸੀ ਕਿਸਾਨ ਜਥੇਬੰਦੀਆਂ ਦੀ। ਹਾਂਜੀ, ਅਸੀਂ ਸਪੈਸ਼ਲ ਹੀ ਆਏ ਹਾਂ। ਮੈਂ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ। ਮੈਂ ਤੁਹਾਡੇ ਨਾਲ ਬਹੁਤ ਪਹਿਲਾਂ ਤੋਂ ਜੁੜੀ ਹੋਈ ਹਾਂ। ਕੀ ਕਹਿਣਾ ਚਾਹੋਗੇ? ਜਿਵੇਂ ਕਿ ਕੰਗਨਾ ਵੱਲੋਂ ਟਵੀਟ ਕੀਤੇ ਜਾ ਰਿਹਾ, ਇੰਟਰਨੈਸ਼ਨਲ ਹੋ ਚੁੱਕਾ ਹੈ ਅੰਦੋਲਨ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਮੈਂ ਇਹੀ ਕਹਿਣਾ ਚਾਹੂੰਗੀ ਕਿ ਕੰਗਣਾ ਵੱਲ ਧਿਆਨ ਨਾ ਦਿਓ, ਜ਼ਿਆਦਾ ਫੈਕਟ ਤੇ ਲੌਜੀਕ ਵੱਲ ਧਿਆਨ ਦਿਓ ਕਿ ਅਸੀਂ ਇਸ ਚੀਜ਼ ਨਾਲ ਕਿਉਂ ਜੁੜੇ ਹੋਏ ਹਾਂ। ਉਹ ਮੁੱਦੇ ਹਮੇਸ਼ਾ ਡਾਇਵਰਟ ਕਰਨ ਦੀ ਕੋਸ਼ਿਸ਼ ਕਰਦੀ ਹੈ, ਉਹਦੇ ਵੱਲ ਧਿਆਨ ਨਾ ਦਿਓ। ਉਹਦੇ ਲਈ ਧਿਆਨ ਰੱਖਣ ਲਈ ਦਿਲਜੀਤ ਬੈਠਾ ਹੋਇਆ, ਸਾਰੇ ਕਿਤੇ ਬੈਠੇ ਹੋਏ ਨੇ ਉਹਨੂੰ ਜਵਾਬ ਦੇਣ ਲਈ। ਗੱਲ ਇਹ ਆ ਕਿ ਆਪਾਂ ਇਹ ਲਹਿਰ ਨਾਲ ਕਿਉਂ, ਆਪਾਂ ਇਹ ਮੋਰਚੇ ਨਾਲ ਕਿਉਂ ਜੁੜੇ ਹੋਏ ਆ ਤੇ ਆਪਾਂ ਵੱਧ ਚੜ ਕੇ ਇੱਥੇ ਹਿੱਸਾ ਪਾਈਏ। ਅੱਜ ਦੇ ਚੱਕਾ ਜਾਮ ਬਾਰੇ ਕੀ ਸੋਚਦੇ ਹੋ ਤੁਸੀਂ? ਅੱਜ ਦੇ ਚੱਕਾ ਜਾਮ ਬਾਰੇ ਇਹੀ ਆ ਕਿ ਮੈਂ ਆਪਣੀਆਂ ਮਾਵਾਂ ਨੂੰ ਦੇਖ ਰਹੀ ਹਾਂ, ਆਪਣੀਆਂ ਭੈਣਾਂ ਨੂੰ ਦੇਖ ਰਹੀ ਹਾਂ, ਵੀਰ ਨੌਜਵਾਨ ਸਾਡੇ ਸਾਰੇ ਇੱਥੇ ਆਏ ਹੋਏ ਨੇ। ਮੈਂ ਇਹ ਸਮਝਦੀ ਹਾਂ ਕਿ ਵੀ ਲਿਵ ਇਨ ਅ ਇੰਪਾਵਰਮੈਂਟ, ਵੀ ਲਿਵ ਇਨ ਅ ਵੂਮਨ ਇੰਪਾਵਰਮੈਂਟ ਦਾ ਯੂਥ ਚੱਲ ਰਿਹਾ ਦੌਰ, ਤੇ ਆਪਾਂ ਉਹ ਦੌਰ 'ਚ ਰਹਿ ਰਹੇ ਹਾਂ। ਤੇ ਅੱਜ ਦੀਆਂ ਔਰਤਾਂ ਸਿਰਫ ਘਰ 'ਚ ਰੋਟੀਆਂ ਪਕਾਉਣ ਜੋਗੀਆਂ ਜਾਂ ਇਹ ਸਭ ਕਰਨ ਜੋਗੀਆਂ ਨਹੀਂ ਰਹੀਆਂ। ਅੱਜ ਦੀਆਂ ਔਰਤਾਂ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਨੇ ਤੇ ਉਦੋਂ ਤੱਕ ਖੜੀਆਂ ਰਹਿਣਗੀਆਂ ਜਦ ਤੱਕ ਇਹ ਬਿੱਲ ਵਾਪਸ ਨਹੀਂ ਕੀਤੇ ਜਾਣਗੇ। ਖੇਤੀਬਾੜੀ ਮੰਤਰੀ ਤੋਮਰ ਵੱਲੋਂ ਵੀ ਕੱਲ ਬਿਆਨ ਫਿਰ ਤੋਂ ਆਇਆ ਕਿ ਕਿਸਾਨਾਂ ਨੂੰ ਗੁੰਮਰਾਹ ਕੀਤੇ ਜਾ ਰਿਹਾ। ਕੀ ਸਮਝਦੇ ਹੋ ਕਿ ਉਹ ਨੌਜਵਾਨਾਂ ਨੂੰ ਵੀ ਇਹ ਚੀਜ਼ ਕਹਿ ਰਹੇ ਨੇ ਕਿ ਇਹਨਾਂ ਨੂੰ ਗੁੰਮਰਾਹ ਹੋ ਸਕਦੇ ਨੇ? ਸਾਡੇ ਨੌਜਵਾਨ ਇੰਨੇ ਅਨਪੜ੍ਹ ਨੇ ਕਿ ਉਹ ਗੁੰਮਰਾਹ ਹੋ ਸਕਦੇ ਨੇ? ਸਾਡੇ ਨੌਜਵਾਨ ਨਹੀਂ ਗੁੰਮਰਾਹ ਹੋ ਸਕਦੇ। ਇਹ ਤਾਂ ਸਾਨੂੰ ਇਹ ਕਹਿ ਰਹੇ ਆ ਕਿ ਤੁਹਾਨੂੰ ਨਹੀਂ ਪਤਾ ਬਿੱਲਾਂ ਬਾਰੇ ਕੀ। ਇਹ ਤਾਂ ਸਾਨੂੰ ਸਾਡਾ ਕੀਤਾ ਦੱਸ ਰਹੇ ਨੇ ਵੀ ਕਿਸਾਨਾਂ ਨੂੰ ਨਹੀਂ ਪਤਾ ਹੋਊ ਕਿ ਉਹਦੇ ਲਈ ਕੀ ਫਾਇਦੇ ਵਾਲੀ ਚੀਜ਼ ਆ ਤੇ ਕੀ ਨੁਕਸਾਨ ਵਾਲੀ ਚੀਜ਼ ਆ। ਉਹ ਬੇਵਕੂਫ ਨੇ ਜਿਹੜੇ ਧਰਨੇ ਤੇ ਬੈਠੇ ਨੇ ਇੰਨੇ। ਅਸਲ ਗੱਲ ਇਹ ਆ ਕਿ ਕਿਸਾਨ ਉਹ ਸੋਚਦੇ ਕਿਸਾਨਾਂ ਨੂੰ ਬਿੱਲ ਨਹੀਂ ਸਮਝ ਆਇਆ, ਪਰ ਕਿਸਾਨਾਂ ਨੂੰ ਬਿੱਲ ਸਮਝ ਆ ਗਿਆ। ਜੀ ਬਿਲਕੁਲ ਆਇਆ। ਉਹਨਾਂ ਨੂੰ ਸਭ ਪਤਾ ਇਹਨਾਂ ਬਾਰੇ, ਉਹਨਾਂ ਨੂੰ ਸਭ ਪਤਾ ਸਰਕਾਰ ਦੀਆਂ ਨੀਤੀਆਂ ਬਾਰੇ। ਜੇ ਅੱਜ ਚੱਕਾ ਜਾਮ ਤੋਂ ਬਾਅਦ ਅਗਲਾ ਕੁਝ ਸੋਚਦੇ ਹੋ ਤੁਸੀਂ ਕਿ ਅੱਗੇ ਅੰਦੋਲਨ ਕਿੱਧਰ ਵੱਲ ਨੂੰ ਜਾਵੇਗਾ? ਜੇ ਮੋਦੀ ਸਰਕਾਰ ਹਲੇ ਵੀ ਨਹੀਂ ਸੁਣਦੀ ਕਿਸਾਨਾਂ ਦੀ ਗੱਲ ਤਾਂ ਮੋਦੀ ਸਰਕਾਰ ਨੂੰ ਭਾਰਤ ਦੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ। ਵੀ ਲਿਵ ਇਨ ਅ ਡੈਮੋਕ੍ਰੇਸੀ ਕੰਟਰੀ। ਜੋ ਲੋਕਾਂ ਦੀਆਂ ਗੱਲਾਂ ਨਹੀਂ ਸੁਣੂ ਤਾਂ ਉਹ ਕਾਹਦੀ ਸਰਕਾਰ ਹੈ? ਕੁਝ ਕਹਿਣਾ ਚਾਹੋਗੇ ਅੱਜ ਦੇ ਚੱਕਾ ਜਾਮ ਬਾਰੇ? ਮੈਂ ਤਾਂ ਇੱਥੇ ਆ ਕੇ ਸਭ ਤੋਂ ਪਹਿਲਾਂ ਬੜਾ ਹੀ ਰੂਹ ਨੂੰ ਤਸੱਲੀ ਮਿਲ ਰਹੀ ਆ ਵੀ ਸਾਡਾ ਯੂਥ ਇੱਥੇ ਆਇਆ ਹੋਇਆ, ਸਾਡੇ ਬਜ਼ੁਰਗ ਇੱਥੇ ਆਏ ਹੋਏ ਨੇ, ਸਾਰੇ ਕਿਸਾਨਾਂ ਨੂੰ ਸਪੋਰਟ ਕਰ ਰਹੇ ਆ ਤੇ ਬਿਲਕੁਲ ਮੈਨੂੰ ਬਹੁਤ ਚੰਗਾ ਲੱਗ ਰਿਹਾ ਜਿੱਥੇ ਆ ਕੇ। ਕਿਵੇਂ ਦੇਖਦੇ ਹੋ ਜਿੱਥੇ ਵੀਰ ਨੇ, ਬਜ਼ੁਰਗ ਨੇ, ਉੱਥੇ ਮਾਤਾਵਾਂ ਵੀ ਬਹੁ ਗਿਣਤੀ ਦੇ ਵਿੱਚ ਇੱਥੇ ਹਨ? ਕਿਵੇਂ ਦੇਖਦੇ ਹੋ ਇਹਨੂੰ? ਜਿੱਦਾਂ ਕਿ ਮੇਰੀ ਫਰੈਂਡ ਨੇ ਕਿਹਾ, ਦਿਸ ਇਜ਼ ਵਿਮਨ ਇੰਪਾਵਰਮੈਂਟ। ਜਿੱਥੇ ਸਾਡੇ ਭਰਾ ਖੜੇ ਨੇ, ਜਿੱਥੇ ਸਾਡੇ ਵੀਰ ਖੜੇ ਨੇ, ਉੱਥੇ ਸਾਡੀਆਂ ਭੈਣਾਂ ਵੀ ਨਾਲ ਬਰਾਬਰ ਖੜਨਗੀਆਂ। ਕੁਝ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ? ਨੌਜਵਾਨਾਂ ਨੂੰ ਮੈਸੇਜ ਮੈਂ ਇਹੀ ਦੇਣਾ ਚਾਹੁੰਦੀ ਆ ਵੀ ਪ੍ਰਾਊਡ ਆਫ ਯੂ। ਜਿੱਥੇ ਅੱਜ ਤੱਕ ਇਹ ਗੱਲ ਕਹੀ ਜਾਂਦੀ ਸੀਗੀ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਸਾਰੇ ਨਸ਼ਿਆਂ 'ਚ ਰੁਲ ਗਏ ਨੇ, ਅੱਜ ਨੌਜਵਾਨਾਂ ਨੇ ਦਿਖਾ ਦਿੱਤਾ ਕਿ ਉਹ ਕਿੱਥੇ ਸਟੈਂਡ ਕਰਦੇ ਨੇ। ਤੁਸੀਂ ਦੇਖ ਸਕਦੇ ਹੋ ਜੀ, ਜਿੱਥੇ ਬਜ਼ੁਰਗ ਵੀਰਾਂ, ਮਾਤਾਵਾਂ, ਭੈਣਾਂ ਵੱਲੋਂ ਭਰਵਾਂ ਹੁੰਗਾਰਾ ਕਿਸਾਨੀ ਅੰਦੋਲਨ ਨੂੰ ਮਿਲ ਰਿਹਾ, ਉੱਥੇ ਹੀ ਨੌਜਵਾਨ ਵੀ ਮੋਢੇ ਨਾਲ ਮੋਢਾ ਜੋੜ ਕੇ ਬਜ਼ੁਰਗਾਂ ਦੇ ਨਾਲ ਖੜੇ ਹਨ। ਪ੍ਰੋਗਰਾਮ ਜਿਹੜਾ ਸੁਣਦਾ ਕੀਤਾ ਆ, ਤੁਸੀਂ ਆਓਗੇ ਤੁਹਾਨੂੰ ਗਰਾਊਂਡ ਲੈਵਲ ਤੇ ਦਿਖਾਈਏ ਕੀ ਕੁਝ ਹੁੰਦਾ
ਦੀ ਕੋਈ ਲੋੜ ਨਹੀਂ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਮਜ਼ਦੂਰ ਏਕਤਾ ਜਿੰਦਾਬਾਦ। ਅੰਦੋਲਨ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ, ਬਹੁਤ ਹੀ ਤਰਤੀਬ ਦੇ ਨਾਲ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਅਗਰ ਕੋਈ ਕਿਸੇ ਨੂੰ ਮਜਬੂਰੀ ਹੈ ਜਾਂ ਐਂਬੂਲੈਂਸ ਹੈ ਤਾਂ ਉਹਨੂੰ ਵੀ ਪਹਿਲ ਦੇ ਆਧਾਰ ਤੇ ਕੱਢਿਆ ਜਾ ਰਿਹਾ ਹੈ। ਜੀ ਹਾਂ, ਕਿਸਾਨਾਂ ਵੱਲੋਂ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਇਸ ਅੰਦੋਲਨ ਨੂੰ ਚਲਾਇਆ ਜਾ ਰਿਹਾ ਹੈ। ਨੂੰ ਤਸਵੀਰਾਂ ਦਿਖਾ ਰਹੇ ਹਾਂ ਜੀ, ਟਰੱਕਾਂ ਦੇ ਉੱਪਰ ਨੌਜਵਾਨ ਖੜ ਕੇ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਨੇ। ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਚੱਲ ਰਿਹਾ ਹੈ। ਬੇਨਤੀ ਕਰਦਾ ਬੁਲਾਰਿਆਂ ਨੂੰ ਸਟੇਜ ਤੋਂ, ਕਿਸੇ ਵੀ ਸ਼ਾਨ ਦੇ ਖਿਲਾਫ ਸ਼ਬਦ ਨਾ ਬੋਲੋ। ਸਮਾਂ ਬਰਬਾਦ ਹੁੰਦਾ, ਸੱਚ ਝੂਠ ਦਾ ਨਿਤਾਰਾ। ਤੇਰੀ ਧੱਕੇਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ। ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਕਿਸਾਨੀ ਅੰਦੋਲਨ ਨੂੰ। ਇਹਨਾਂ ਦੇ ਝੰਡੇ ਵੀ ਤੁਸੀਂ ਦੇਖ ਸਕਦੇ ਹੋ, ਕੇਸਰੀ ਨਿਸ਼ਾਨ ਵੀ ਹੈ, ਕਿਸਾਨੀ ਜਥੇਬੰਦੀ ਦਾ ਝੰਡਾ ਵੀ ਹੈ, ਕਾਮਰੇਡ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਝੰਡਾ ਵੀ ਹੈ। ਦੇਖ ਸਕਦੇ ਹੋ ਕਿ ਸਭ ਇਕੱਠੇ ਹੋ ਕੇ ਕਿਸਾਨਾਂ ਦੇ ਸਮਰਥਨ ਵਿੱਚ, ਇਸ ਕਿਸਾਨੀ ਅੰਦੋਲਨ ਦੇ ਵਿੱਚ ਸਭ ਇਕੱਠੇ ਇਕਜੁੱਟ ਹੋ ਕੇ ਸਮਰਥਨ ਦੇ ਰਹੇ ਨੇ। ਨਾਮ ਜੀ ਤੁਹਾਡਾ? ਮੇਰਾ ਦਵਿੰਦਰ ਸਿੰਘ ਖਾਲਸਾ ਜੀ। ਕੀ ਕਹਿਣਾ ਚਾਹੋਗੇ ਅੱਜ ਦੇ ਚੱਕਾ ਜਾਮ ਬਾਰੇ? ਹਾਂਜੀ, ਸੰਯੁਕਤ ਕਿਸਾਨ ਮੋਰਚਾ ਜਿਹੜੀਆਂ ਆਲ ਇੰਡੀਆ ਦੀਆਂ 460 ਜਥੇਬੰਦੀਆਂ ਆ ਤੇ ਉਹਨਾਂ ਦੇ ਚੁਣੇ ਹੋਏ 40 ਜਿਹੜੇ ਆਗੂ ਆ, ਸੰਯੁਕਤ ਕਿਸਾਨ ਮੋਰਚਾ ਨੇ ਕਾਲ ਦਿੱਤੀ ਸੀ ਪੂਰੇ ਇੰਡੀਆ ਦੇ ਅੰਦਰ ਕਿ 12 ਤੋਂ ਲੈ ਕੇ 3 ਵਜੇ ਤੱਕ ਆਪਾਂ ਪੂਰੇ ਇੰਡੀਆ ਦੇ ਅੰਦਰ ਯੂਪੀ ਤੇ ਦਿੱਲੀ ਤੇ ਉੱਤਰਾਖੰਡ ਨੂੰ ਛੱਡ ਕੇ ਬਾਕੀ ਪੂਰੇ ਆਲ ਇੰਡੀਆ ਦੇ ਅੰਦਰ ਆਪਾਂ ਚੱਕਾ ਜਾਮ ਕਰਨਾ। ਸੋ ਉਸੇ ਕਾਲ ਦੇ ਨੂੰ ਮੁੱਖ ਰੱਖਦੇ ਹੋਏ ਜਿੰਨੇ ਵੀ ਪੰਜਾਬ ਦੇ ਯੋਧੇ ਆ, ਨੌਜਵਾਨ ਆ, ਜਿੰਨੇ ਪੰਜਾਬ ਦੇ ਲੋਕ ਆ, ਉਹ ਇੱਥੇ ਫਲੋਰ ਦੇ ਟੋਲ ਪਲਾਜ਼ਾ ਤੇ ਆਪਾਂ ਇਕੱਠੇ ਹੋਏ ਆ ਤੇ ਇੱਥੇ ਪ੍ਰੋਟੈਸਟ ਵਿੱਚ ਹਿੱਸਾ ਲੈ ਰਹੇ ਆ ਜੀ। ਅਸੀਂ ਦੇਖਿਆ ਜੀ ਗਣਤੰਤਰ ਦਿਵਸ ਤੇ ਜੋ ਕਿ ਨਿਸ਼ਾਨ ਸਾਹਿਬ ਨੂੰ ਲੈ ਕੇ ਕਾਫੀ ਹਾਏ ਤੌਬਾ ਮਚਾਈ ਗਈ। ਇੱਥੇ ਨੌਜਵਾਨਾਂ ਕੋਲ ਕਿਸਾਨੀ ਝੰਡਾ ਵੀ ਹੈ, ਨਿਸ਼ਾਨ ਸਾਹਿਬ ਵੀ ਹੈ, ਸਭ ਇਕਜੁੱਟਤਾ ਦਾ ਇੱਥੇ ਦਿਖਾ ਰਹੇ ਨੇ। ਕਿਵੇਂ ਦੇਖਦੇ ਹੋ ਤੁਸੀਂ? ਹਾਂਜੀ, ਦੇਖੋ ਜਿੰਨਾ ਵੀ 26 ਜਨਵਰੀ ਨੂੰ ਹੋਇਆ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਤਕਰੀਬਨ ਉਸ ਤੋਂ ਪਹਿਲਾਂ 62 ਦਿਨ ਤੱਕ ਜਿਹੜਾ ਹੈ ਸਾਡਾ ਪ੍ਰੋਟੈਸਟ ਪੀਸਫੁਲ ਰਿਹਾ ਆ। ਤੇ ਇੰਨੀ ਗੱਲ ਵੀ ਆ ਕਿ ਦਿੱਲੀ ਦੇ ਅੰਦਰ ਕਿਸੇ ਵੀ ਦੁਕਾਨ ਨੂੰ ਤੋੜਿਆ ਨਹੀਂ ਗਿਆ, ਕਿਸੇ ਦੇ ਇੱਕ ਮੂੰਗਫਲੀ ਨੂੰ ਤੋੜਿਆ ਨਹੀਂ ਗਿਆ, ਕੋਈ ਆਗਜ਼ਨੀ ਨਹੀਂ ਕੀਤੀ ਗਈ। ਇਹ ਸਾਡੇ ਪੰਜਾਬੀ ਲੋਕਾਂ ਦਾ ਸਬਰ ਸੀ। ਹਾਂ, ਉਹਨੂੰ ਕੋਈ ਰੰਗਤ ਹੋਰ ਦੇ ਦਿੱਤੀ ਗਈ ਸੀਗੀ ਤੇ ਇਹਦੇ ਲਈ ਬਾਅਦ 'ਚ ਹਾਂ ਉੱਥੇ ਥੋੜਾ ਕੁਝ ਨੁਕਸਾਨ ਹੋਇਆ ਅੰਦੋਲਨ ਦਾ। ਪਰ ਹਾਂ, ਫੇਰ ਦੁਬਾਰਾ ਰਿਕਵੈਸਟ ਕਿ ਤੁਸੀਂ ਦੇਖਿਆ 28 ਦੀ ਰਾਤ ਨੂੰ ਜੋ ਹੈ ਫੇਰ ਅੰਦੋਲਨ ਖੜਾ ਉੱਠ ਹੋਇਆ ਜੀ ਕਿਸਾਨਾਂ ਦੇ। ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਅੱਜ ਦਾ ਚੱਕਾ ਜਾਮ ਕਹਿ ਰਹੇ ਹੋ, ਕਿਵੇਂ ਸਮਝਦੇ ਹੋ? ਹਾਂਜੀ ਜੀ, ਤੇ ਇਹ 3 ਜਿਹੜੇ ਕਾਲੇ ਕਾਨੂੰਨ ਸੈਂਟਰ ਦੀ ਗਵਰਨਮੈਂਟ ਨੇ ਪਾਸ ਕੀਤੇ ਆ, ਲੋਕ ਹੁਣ ਉਹਦੇ ਬਾਰੇ ਜਾਗ ਚੁੱਕੇ ਆ। ਬੇਸ਼ੱਕ ਨਰਿੰਦਰ ਤੋਮਰ ਨੇ ਕੱਲ ਹੱਸ ਕੇ ਇਹ ਗੱਲ ਕਹੀ ਸੀ ਵੀ ਕਾਲੇ ਕਾਨੂੰਨ ਇਹਨਾਂ ਨੇ ਕੋਈ ਦੱਸਿਆ ਹੀ ਨਹੀਂ। ਉਹ ਸਾਡੇ ਤਾਂ ਜਿਹੜੇ ਬਜ਼ੁਰਗ ਆ ਉਹਨਾਂ ਨੇ 11 ਦਿਨਾਂ ਤੱਕ ਮੀਟਿੰਗਾਂ ਕਰ ਕਰਕੇ ਤੁਹਾਨੂੰ ਇੱਕ ਇੱਕ ਗੱਲ ਦੱਸੀ। ਜੇ ਤੁਸੀਂ ਇੰਨੇ ਸੱਚੇ ਸਾਰੀ ਦੁਨੀਆ ਦੇ ਸਾਹਮਣੇ ਲਾਈਵ ਬਹਿਸ ਕਿਉਂ ਨਹੀਂ ਕਰ ਲੈਂਦੇ? ਰਾਜੇਵਾਲ ਸਾਹਿਬ ਆ ਜਾਂ ਹੋਰ ਵੀ ਜਿੰਨੇ ਸਾਡੇ ਕਿਸਾਨ ਆਗੂ, ਉਹਨਾਂ ਨੇ ਬੈਠ ਕੇ ਜਦੋਂ ਤੁਸੀਂ ਡਿਬੇਟ ਕਰਦੇ ਆ ਤਾਂ ਸਾਰੀ ਦੁਨੀਆ ਅੰਦਰ ਲਾਈਵ ਚਲਾਏ, ਸਾਰੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਪਣੇ ਆਪ ਹੀ ਹੋ ਜਾਣਾ। ਪਰ ਇਸ ਗੱਲੋਂ ਉਹ ਡਰਦੇ ਆ ਜੀ। ਅੱਜ ਦਾ ਜੋ ਚੱਕਾ ਜਾਮ ਇੱਕ ਹਿਸਾਬ ਦਾ ਸ਼ਕਤੀ ਪ੍ਰਦਰਸ਼ਨ ਹੋ ਗਿਆ। ਜੇ ਇਸ ਤੋਂ ਬਾਅਦ ਵੀ ਮੋਦੀ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਦੀ ਤਾਂ ਅਗਲਾ ਕੀ ਨਿਰਣੈ ਹੋਊਗਾ ਜਥੇਬੰਦੀਆਂ ਦਾ? ਦੇਖੋ ਜੀ, ਤੁਸੀਂ ਅੱਜ ਤੱਕ ਦਾ ਇਤਿਹਾਸ ਜਾਣ ਕੇ ਦੇਖ ਲਓ ਕਿ ਸਰਕਾਰ ਜਿਹੜੀ ਮਰਜ਼ੀ ਆ, ਭਾਵੇਂ ਕਾਂਗਰਸ ਆ ਚਾਹੇ ਬੀਜੇਪੀ, ਕਿਸਾਨਾਂ ਤੋਂ ਅੱਜ ਤੱਕ ਕੋਈ ਨਹੀਂ ਜਿੱਤ ਸਕਿਆ ਜੀ। ਕਿਸਾਨ ਜਿਹੜਾ ਤਕਰੀਬਨ 70% ਜਿਹੜਾ ਆ ਸਾਡੇ ਦੇਸ਼ ਦੇ ਅੰਦਰ ਉਹ ਕ੍ਰਿਸ਼ੀ ਦੇ ਉੱਤੇ ਹੀ ਸਾਰਾ ਕੰਮਕਾਜ ਹੁੰਦਾ। ਤੇ ਮੈਂ ਇਹੀ ਗੱਲ ਬੇਨਤੀ ਸਾਰਿਆਂ ਦੇ ਚਰਨਾਂ 'ਚ ਕਰਨਾ ਚਾਹੁੰਦਾ ਕਿ ਇਹ ਜਿਹੜੀ ਲੜਾਈ ਆ ਇਹ ਇਕੱਲੇ ਕਿਸਾਨਾਂ ਦੀ ਨਹੀਂ। ਜੇ ਆਪਾਂ ਭੁਲੇਖਾ ਰੱਖ ਕੇ ਬੈਠੇ ਆ, 2013 'ਚ ਕਾਂਗਰਸ ਦੀ ਸਰਕਾਰ ਨੇ ਇੱਕ ਐਕਟ ਲਾਗੂ ਕੀਤਾ ਸੀ। ਉਹਦੇ 'ਚ ਕੀ ਸੀ ਵੀ ਹਰੇਕ ਜਿਹੜਾ ਬੰਦਾ ਆ, ਆਮ ਜਿਹੜੇ ਗਰੀਬ 82 ਕਰੋੜ ਲੋਕਾਂ ਦੇ ਲਈ ਇਹ ਐਕਟ ਬਣਾਇਆ ਸੀ। ਉਹਦੇ ਵਿੱਚ 3 ਰੁਪਏ ਕਿਲੋ ਜਿਹੜੀ ਸੀ ਉਹ ਚੌਲ, 2 ਰੁਪਏ ਕਿਲੋ ਕਣਕ ਤੇ 1 ਰੁਪਏ ਦੀ ਦਾਲਾਂ ਅੱਜ ਤੱਕ ਜਿਹੜਾ ਚੱਲਦਾ ਪਿਆ। ਹੁਣ ਜਦੋਂ ਸਰਕਾਰੀ ਮੰਡੀਆਂ ਬੰਦ ਹੋ ਜਾਣੀਆਂ, ਸਾਰਾ ਪ੍ਰਾਈਵੇਟਾਈਜੇਸ਼ਨ ਹੋ ਜਾਣਾ, ਉਸ ਤੋਂ ਬਾਅਦ ਸਰਕਾਰ ਕੋਲ ਦਾ ਇੱਕ ਦਾਣਾ ਨਹੀਂ ਖਰੀਦਣ ਲਈ ਹੋਣਾ। ਫਿਰ ਇਹ ਜਿਹੜਾ ਆਪਾਂ ਨੂੰ
ਘੱਟ ਰੇਟ ਤੇ ਦਾਣੇ ਮਿਲਦੇ, ਚੌਲ ਮਿਲਦੇ, ਕਣਕ ਮਿਲਦੇ, ਇਹ ਵੀ ਨਾਲ ਹੀ ਬੰਦ ਹੋ ਜਾਣਾ। ਭਾਵ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ, ਹਰ ਇੱਕ ਉਸ ਬੰਦੇ ਦੀ ਲੜਾਈ ਆ ਜਿਹੜਾ 2 ਟਾਈਮ ਪ੍ਰਸ਼ਾਦਾ ਛਕਦਾ। ਫਿਰ ਜਦੋਂ ਪ੍ਰਾਈਵੇਟਾਈਜੇਸ਼ਨ ਹੋਣਾ ਤੇ ਉਸ ਐਕਟ ਦੇ ਅੰਦਰ ਇਹ ਵੀ ਲਿਖਿਆ, ਜਦੋਂ ਕੰਟਰੈਕਟ ਫਾਰਮਿੰਗ ਹੋਣੀ ਆ ਨਾ, ਤੇ ਜਿੰਨਾ ਵੀ ਕਿਸਾਨ ਦੇ ਨਾਲ ਕੰਟਰੈਕਟ ਹੋਣਾ ਉਹਨੂੰ ਕੀਟਨਾਸ਼ਕ, ਬੀਜ, ਮਸ਼ੀਨਰੀ ਤੇ ਜਿੰਨੀ ਤਕਨੀਕ ਆ ਉਹ ਪ੍ਰਾਈਵੇਟ ਜਿਹੜਾ ਅਦਾਰਾ ਉਹਨੇ ਦੇਣੀ ਆ। ਫਿਰ ਬਾਕੀ ਜਿੰਨੇ ਆਪਣੇ ਬਾਹਰੋਂ ਜਿਹੜਾ ਕੀਟਨਾਸ਼ਕ ਮਿਲਦੇ, ਖਾਦਾਂ ਮਿਲਦੀਆਂ, ਬੀਜ ਮਿਲਦੇ, ਸਾਰਾ ਬੰਦ ਹੋ ਜਾਣਾ। ਜਦੋਂ ਇਹ 82 ਕਰੋੜ ਲੋਕਾਂ ਦਾ ਅੰਨ ਦੇਣਾ ਵੀ ਬੰਦ ਹੋ ਗਿਆ, 5 ਲੱਖ ਤਕਰੀਬਨ ਇੰਡੀਆ ਦੇ ਅੰਦਰ ਜਿਹੜੇ ਰਾਸ਼ਨ ਦੀਆਂ ਦੁਕਾਨਾਂ ਆ, ਉੱਥੇ ਜਿਹੜੇ ਲੋਕ ਰੋਜ਼ਗਾਰ ਦੇ ਲਈ ਕੰਮ ਕਰਦੇ ਆ, ਉਹ ਵੀ ਬੰਦ ਹੋ ਜਾਣਾ। ਮਤਲਬ ਇਕੱਲੇ ਦੀ ਇਹਦੇ ਅੰਦਰ ਨੁਕਸਾਨ ਨਹੀਂ, ਪੂਰੇ ਹਿੰਦੁਸਤਾਨ ਦੇ ਲੋਕਾਂ ਦਾ ਇਹਦੇ ਅੰਦਰ ਨੁਕਸਾਨ ਹੋਣਾ। ਉੱਥੇ ਖੇਤੀਬਾੜੀ ਮੰਤਰੀ ਤੋਮਰ ਵੱਲੋਂ ਕੱਲ ਫਿਰ ਤੋਂ ਬਿਆਨ ਆਇਆ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਕਹਿ ਰਹੇ ਨੇ ਕਿਸਾਨਾਂ ਨੂੰ ਬਿੱਲ ਸਮਝ ਨਹੀਂ ਆਇਆ, ਕਿ ਉਲਟਾ ਹੋ ਗਿਆ ਕਿ ਕਿਸਾਨਾਂ ਨੂੰ ਬਿੱਲ ਸਮਝ ਆ ਗਿਆ? ਹਾਂਜੀ ਜੀ, ਗੱਲ ਇਹ ਆ ਕਿ ਕਿਸਾਨਾਂ ਨੂੰ ਸਮਝ ਆ ਗਿਆ, ਤੁਹਾਨੂੰ ਹੁਣ ਸਮਝ ਨਹੀਂ ਆ ਰਿਹਾ। ਹੁਣ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਦਾ ਪਿਆ। ਪੰਜਾਬ ਦੇ ਅੰਦਰ ਕਾਨੂੰਨ ਬਣਨ ਤੋਂ ਪਹਿਲਾਂ ਜਿਹੜੇ ਗੋਦਾਮ ਹੁਣ ਬਣ ਗਏ ਸੀਗੇ, ਹੁਣ ਇੰਨੇ ਜਿਹੜੇ ਗੋਦਾਮ ਬਣ ਗਏ ਆ, ਹਜ਼ਾਰਾਂ ਜਿਹੜੇ ਏਕੜ ਦੇ ਉਹ ਗੋਦਾਮ ਬਣ ਗਏ, ਹਜ਼ਾਰਾਂ ਅਰਬਾਂ ਰੁਪਈਆ ਉਹਦੇ ਤੇ ਖਰਚ ਆ ਗਿਆ। ਤੇ ਜਿਹੜੇ ਇੰਨੀ ਗੌਰਮੈਂਟ ਆ ਜਿਹੜੀ ਉਹਦੇ ਨਾਲ ਕੰਟਰੈਕਟ ਇਹਨਾਂ ਦੇ ਹੋਏ ਪਏ ਆ, ਤੇ ਉਹ ਹੁਣ ਉਹਨਾਂ ਨੂੰ ਰਾਹ ਨਹੀਂ ਮਿਲਦਾ ਹੁਣ ਕਿਹੜੇ ਪਾਸੇ ਭੱਜੀਏ, ਕਿਉਂਕਿ ਉਹਨਾਂ ਦੇ ਨਾਲ ਉਹਨਾਂ ਦੇ ਕੰਟਰੈਕਟ ਹੋਏ ਪਏ ਆ। ਪਰ ਜਿਹੜਾ ਕਿਸਾਨ ਆ ਆਖਰੀ ਜੰਗ ਤੱਕ, ਆਖਰੀ ਸਾਹ ਤੱਕ ਇਹ ਜੰਗ ਲੜੇਗਾ। ਯਾਦ ਰਹੇ ਕੱਲ 5 ਫਰਵਰੀ ਸੀ ਤੇ ਕੱਲ ਵੱਡਾ ਘੱਲੂ ਘਾਰਾ ਸੀ। ਇਹ ਉਹ ਦਿਨ ਸੀ, ਅਸੀਂ ਉਸ ਕੌਮ ਦੇ ਵਿੱਚੋਂ ਆ, ਅਸੀਂ ਉਹ ਪੰਜਾਬੀ ਲੋਕ ਆ ਜਿਨ੍ਹਾਂ ਨੇ ਕੱਲ ਦੇ ਦਿਨ 40,000 ਲਾਸ਼ਾਂ ਵੀ ਵਿਛ ਗਈਆਂ ਸੀ। ਅਬਦਾਲੀ ਨੇ ਉਸ ਟਾਈਮ ਤੇ ਸਾਡੀ ਗਿਣਤੀ 80,000 ਸੀ, 40,000 ਲਾਸ਼ਾਂ ਬੇਸ਼ੱਕ ਵੇਚ ਗਈਆਂ ਸੀ। ਫਿਰ ਵੀ ਖਾਲਸੇ ਨੇ ਕਹਿ ਦਿੱਤਾ ਸੀ, ਪੰਥ ਖਾਲਸਾ ਸੋ ਰਹੇ ਹੋ, ਗਏ ਸੋ ਖੋਟ ਗਵਾਏ। ਭਾਵ ਉਹ ਫਿਰ ਵੀ ਚੜ੍ਹਦੀ ਕਲਾ 'ਚ ਰਹੇ ਸੀ। ਤੇ 6 ਮਹੀਨੇ ਬਾਅਦ ਅਬਦਾਲੀ ਨੂੰ ਘੇਰ ਲਿਆ ਸੀ ਵੀ ਭੱਜ ਕਿੱਥੇ ਭੱਜਦਾ। ਅਸੀਂ ਉਹਨਾਂ ਲੋਕਾਂ 'ਚੋਂ ਆ, ਅਸੀਂ ਮਰਦੇ ਦਮ ਤੱਕ ਜਿਹੜਾ ਆ ਆਪਣੀ ਆਵਾਜ਼ ਬੁਲੰਦ ਕਰਾਂਗੇ। ਅਸੀਂ ਦਿੱਲੀ ਤੋਂ ਵਾਪਸ ਜਿਹੜਾ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਆਵਾਂਗੇ ਜੀ। ਸਤਿ ਸ਼੍ਰੀ ਅਕਾਲ। ਅੱਜ ਲਾਡੋਵਾਲ ਟੋਲ ਪਲਾਜ਼ਾ ਤੇ ਇੱਕ ਬਹੁਤ ਵੱਡਾ ਸ਼ਾਂਤੀਮਈ ਅੰਦੋਲਨ ਚਲਾਉਣ ਵਾਸਤੇ ਇੱਕ ਬਹੁਤ ਵੱਡੀ ਉਦਾਹਰਨ ਤੁਹਾਡੇ ਸਾਹਮਣੇ ਆਈ ਸੀ। ਕੁਝ ਲੋਕ ਜਿਹੜੇ ਜੀ ਜਜ਼ਬਾ ਜਿਹਨਾਂ 'ਚ ਬਹੁਤ ਜ਼ਿਆਦਾ ਸੀਗਾ, ਜੋਸ਼ ਸੀਗਾ, ਉਹ ਟਰੱਕਾਂ ਤੇ ਚੜ੍ਹ ਕੇ, ਕਿਉਂਕਿ ਇੱਥੇ ਸੜਕਾਂ ਤੇ ਰਸ਼ ਇੰਨਾ ਸੀਗਾ ਵੀ ਉਹਨਾਂ ਕੋਲ ਜਗ੍ਹਾ ਨਹੀਂ ਮਿਲੀ, ਉਹਨਾਂ ਨੇ ਟਰੱਕਾਂ ਤੇ ਚੜ੍ਹ ਕੇ ਆਪਣਾ ਅੰਦੋਲਨ ਜਿਹੜਾ ਕਾਇਮ ਕੀਤਾ, ਆਪਣੀ ਆਵਾਜ਼ ਬੁਲੰਦ ਕੀਤੀ ਔਰ ਕੇਂਦਰ ਸਰਕਾਰ ਨੂੰ ਦੱਸਿਆ ਵੀ ਅਸੀਂ ਜੇ ਜਗ੍ਹਾ ਨਹੀਂ ਮਿਲਦੀ ਅਸੀਂ ਟਰੱਕਾਂ ਤੇ ਵੀ ਚੜ੍ਹ ਜਾਵਾਂਗੇ। ਲੇਕਿਨ ਇੱਥੇ ਦੇ ਆਗੂਆਂ ਨੇ ਇਹ ਦੇਖਿਆ ਵੀ ਕਿਤੇ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਾਂਤੀਮਈ ਅੰਦੋਲਨ ਦੇ ਵਿੱਚ ਕੋਈ ਭੰਗ ਨਾ ਪੈ ਜਾਏ। ਉਹਨਾਂ ਆਗੂਆਂ ਨੇ ਇਹਨਾਂ ਨੇ ਆ ਕੇ ਹੱਥ ਜੋੜ ਕੇ ਦੁਬਾਰਾ ਕਿਹਾ ਵੀ ਤੁਸੀਂ ਆਪਣੇ ਧਰਨੇ 'ਚ ਸ਼ਾਮਲ ਹੋਵੋ। ਉਹ ਅੱਜ ਸ਼ਾਮਲ ਹੋਏ, ਤੁਹਾਨੂੰ ਤਸਵੀਰਾਂ ਅਸੀਂ ਲਾਈਵ ਦਿਖਾਈਆਂ, ਪੂਰੀ ਦੁਨੀਆ ਨੇ ਦੇਖੀਆਂ। ਅੱਜ ਉਹਨਾਂ ਨਾਲ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਇਹਨਾਂ ਦਾ ਜਜ਼ਬਾ ਹੈ, ਸ਼ਾਂਤਮਈ ਢੰਗ ਨਾਲ ਤੁਸੀਂ ਅੰਦੋਲਨ ਚਲਾ ਰਹੇ ਹੋ ਔਰ ਸਾਰੇ ਤੁਹਾਡੇ ਆਗੂ ਵੀ ਕਹਿ ਰਹੇ ਵੀ ਸ਼ਾਂਤੀਮਈ ਢੰਗ ਨਾਲ ਅੰਦੋਲਨ ਚੱਲਣਾ ਚਾਹੀਦਾ। ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜਾ ਸਾਡਾ ਸੰਘਰਸ਼ ਆ ਅੱਜ 5 ਮਹੀਨੇ ਦੇ ਕਰੀਬ ਹੋ ਚੱਲੇ, ਇਹਨੂੰ 2 ਮਹੀਨੇ ਪੰਜਾਬ ਚੱਲਿਆ, 3 ਮਹੀਨੇ ਦੇ ਕਰੀਬ ਉੱਥੇ ਹੋ ਜਾਣੇ ਆ। ਤੇ ਸਾਡਾ ਇਹ ਹੀ ਆ ਵੀ ਜਿਹੜਾ ਸਾਡੇ ਲੀਡਰਾਂ ਦਾ ਸਾਨੂੰ ਆਦੇਸ਼ ਆ, ਸਾਡੇ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਆ, ਵੀ ਆਪਾਂ ਜਿਹੜਾ ਨੌਜਵਾਨ ਆ, ਇਹ ਸੰਘਰਸ਼ ਦੇ ਵਿੱਚ ਨੌਜਵਾਨ ਦਾ ਬਹੁਤ ਬੜਾ ਯੋਗਦਾਨ ਆ, ਪਰ ਉਹਨੂੰ ਡਰਾਈ ਨਹੀਂ ਕਰ ਸਕਦੇ। ਹਾਂ, ਉਹਨਾਂ ਨੂੰ ਨੌਜਵਾਨਾਂ ਨੂੰ ਤਾਂ ਮੈਂ ਜੋਸ਼ ਹੁੰਦਾ, ਉਹਨਾਂ ਨੂੰ ਥੋੜਾ ਕੰਟਰੋਲ 'ਚ ਰੱਖਣਾ ਪੈਂਦਾ। ਅਸੀਂ ਵੀ ਇਸ ਉਮਰ 'ਚੋਂ ਲੰਘੇ, ਸਾਨੂੰ ਪਤਾ ਉਹਨਾਂ ਨੂੰ ਕੰਟਰੋਲ ਕਰਨਾ। ਉਹਨਾਂ ਨੂੰ ਸਮਝਾ ਲਿਆ, ਦੇਖੋ ਮਿੰਟ ਇੱਕ ਲਾਇਆ, ਉਹਨੇ ਥੱਲੇ ਉਤਰਿਆ, ਮੰਨ ਗਿਆ ਸਾਡੀ ਗੱਲ। ਇੱਦਾਂ ਦੇ ਸਾਡੇ ਕੋਈ ਨੌਜਵਾਨਾਂ ਦੇ ਜਥੇਬੰਦੀਆਂ ਦੇ ਕਿਸੇ ਦੇ ਵਖਰੇਵੇਂ ਨਹੀਂ ਹੈਗੇ, ਇੱਕੋ ਹੀ ਆ। ਹਾਂ, ਜਿਹੜਾ ਆਪਣੇ ਇੰਟਰਨੈਸ਼ਨਲ ਲੈਵਲ ਦਾ ਮੀਡੀਆ, ਗੋਦੀ ਮੀਡੀਆ ਕਹਿੰਦੇ ਨੇ ਜਿਹਨੂੰ, ਉਹ ਜ਼ਰੂਰ ਤੁਹਾਡੇ ਵਿੱਚ ਕਰ ਰਿਹਾ ਫਰਕ ਪਾਉਣ ਦੀ ਕੋਸ਼ਿਸ਼, ਪਰ ਇਹ ਨਹੀਂ ਹੋ ਰਿਹਾ। ਜਿਹੜਾ ਇਹ ਅੱਜ ਦੀ ਕਾਲ ਸੀਗੀ, ਜਿਹੜੀ 3 ਘੰਟੇ ਦਾ ਚੱਕਾ ਜਾਮ ਸੀ, ਇਹ ਸਿੰਬੋਲਿਕ ਇਸ ਗੱਲ ਨੂੰ ਸੀਗਾ ਜੋ ਗੌਰਮੈਂਟ ਨੇ 26 ਜਨਵਰੀ ਨੂੰ ਇੱਕ ਘੱਲੂਘਾਰਾ ਕਰਾਉਣ ਦੀ ਕੋਸ਼ਿਸ਼ ਕੀਤੀ। ਉਹਨੂੰ ਉਸ ਪ੍ਰਮਾਤਮਾ ਨੇ, ਉਸ ਜਥੇਬੰਦੀਆਂ ਤੋਂ ਉੱਪਰ ਹੋ ਕੇ ਪ੍ਰਮਾਤਮਾ ਨੇ ਉਹਨੂੰ ਬਚਾ ਲਿਆ। ਪਰ ਹਾਂ, ਜਿਹੜੇ ਵੀ ਨੌਜਵਾਨ ਜੇਲ੍ਹਾਂ 'ਚ ਗਏ ਆ, ਉਹਨਾਂ ਦੀ ਰਿਹਾਈ ਵਾਸਤੇ, ਉਹਨਾਂ ਵਾਸਤੇ ਅੱਜ ਜਿਹੜਾ ਇਹ ਧਰਨਾ ਚੱਕਾ ਜਾਮ ਰੱਖਿਆ ਗਿਆ। ਤੇ ਅਸੀਂ ਇਸ ਜਥੇਬੰਦੀਆਂ ਦਾ ਵੀ ਇਹ ਵਿਸ਼ਵਾਸ ਦਿਵਾਉਂਦੇ ਆ ਸਾਰਿਆਂ ਨੂੰ, ਕੋਈ ਵੀ ਬੱਚਾ ਜਿਹੜਾ ਕਿਸੇ ਵੀ ਤਰ੍ਹਾਂ ਉੱਥੇ ਅੱਜ ਜੇਲ੍ਹ ਦੇ ਅੰਦਰ ਹੈ, ਉਹਦੇ ਲਈ ਪੂਰਾ ਉਹਨੂੰ ਛਡਾਉਣ ਦੇ ਵਿੱਚ ਵਚਨਬੱਧ ਹੈ ਸਾਡਾ ਜਿਹੜਾ ਸੰਯੁਕਤ ਮੋਰਚਾ। ਉਸ ਸਟੇਜ ਤੋਂ ਵੀ ਕਿਹਾ ਜਾਂਦਾ ਵਾਰ-ਵਾਰ, ਤੁਸੀਂ ਇੱਥੇ ਸੁਣਿਆ, ਮੈਂ ਇੱਥੇ ਵੀ ਕਿਹਾ, ਉਹ ਜਿਹੜੇ ਬੱਚੇ ਆ ਜਿੱਦਾਂ ਮਰਜ਼ੀ ਗਏ, ਚਾਹੇ ਉਹ ਸਰਕਾਰ ਦੀ ਘਟੀਆ ਰਾਜਨੀਤੀ ਨਾਲ ਗਏ, ਨੀਤੀ ਨਾਲ ਗਏ, ਪਰ ਉਹ ਸਾਡੇ ਬੱਚੇ ਆ, ਉਹ ਮੋਰਚੇ ਦੇ ਨਾਲ ਆ। ਮੋਰਚੇ ਵਾਲੇ ਉਹਨਾਂ ਨੂੰ ਪੂਰੀ ਕੋਸ਼ਿਸ਼ ਕਰਨਗੇ ਛਡਾਉਣ ਦੀ। ਜਦੋਂ ਤੁਸੀਂ 40 ਜਥੇਬੰਦੀਆਂ ਸਾਰੇ ਦੇਸ਼ ਦੀਆਂ ਜਿਹੜੀ ਤੁਹਾਡੇ ਜਥੇਬੰਦੀਆਂ ਸੀਗੀਆਂ, ਪੂਰਾ ਵੀਕੇਯੂ ਸਾਰਾ ਕਹਿ ਰਿਹਾ ਸੀ ਬਾਰ-ਬਾਰ ਵੀ ਅਸੀਂ ਸਵੇਰੇ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣਾ ਔਰ ਰੂਟ ਵੀ ਸੈੱਟ ਹੋ ਗਿਆ ਸੀ। ਸਾਰਿਆਂ ਨੇ ਕਿਹਾ ਸੀ ਕਿਸੇ ਨੇ ਵੀ ਆਪਣੇ ਟਰੈਕਟਰ ਦੇ ਉੱਤੇ ਬੋਰਡ ਤੱਕ ਨਹੀਂ ਬਹਿਣਾ, ਇੱਥੇ ਤੱਕ ਸ਼ਾਂਤੀਮਈ ਅੰਦੋਲਨ ਚਲਾਉਣਾ ਸੀ। ਫਿਰ ਇਹ ਜਿਹੜੇ ਲੋਕ ਜਿਹੜਾ ਤੁਸੀਂ ਜਦੋਂ ਗੱਲ ਕਹੀ ਕਿਸੇ ਦੇ ਸਿਆਸੀ ਦੇ ਕਿਸੇ ਵੀ ਜਜ਼ਬੇ ਨਾਲ ਗਏ ਨੇ ਜਾਂ ਕਿਸੇ ਦੇ ਵੀ ਲਾਲਚ ਨਾਲ ਗਏ ਨੇ, ਕਿਉਂ ਗਏ ਨੇ, ਇਹ ਹਾਲ ਤੱਕ ਪਤਾ ਲੱਗੂਗਾ। ਪਰ ਉਹ ਲੋਕ ਵੀ ਕੀ ਤੁਸੀਂ ਉਹਨਾਂ ਦੀ ਖੇਤੀ ਕਰਦੇ ਹੋ? ਦੇਖੋ ਜੀ,
ਮੈਂ ਕਿਸੇ ਬੰਦੇ ਦੀ ਨਿਖੇਧੀ ਨਹੀਂ ਕਰਦਾ, ਮੈਂ ਸਿੱਧੇ ਤੌਰ ਤੇ ਗੌਰਮੈਂਟ ਦੀ ਨਿਖੇਧੀ ਕਰਦਾ। ਜੋ 26 ਜਨਵਰੀ ਨੂੰ ਹੋਇਆ ਉਹਦੇ ਵਿੱਚ 100% ਜਿਹੜੀ ਚਾਲ ਆ ਗੌਰਮੈਂਟ ਦੀ ਆ। ਸਰਕਾਰ ਇਹ ਆਪਣੇ ਬੰਦੇ ਖੜੇ ਕਰਕੇ ਲਗਾਈ ਹੈ। ਜਦੋਂ ਅਸੀਂ ਦਿੱਲੀ ਵਿੱਚ ਐਂਟਰ ਸਾਡੇ ਨੌਜਵਾਨ ਕੀਤੇ ਆ, ਉਹਨਾਂ ਨੂੰ ਕੋਈ ਰੋਡ ਮੈਪ ਨਹੀਂ ਪਤਾ ਸੀ। ਦਿੱਲੀ ਕਿਹੜਾ ਆਪਾਂ ਰੋਜ਼ ਜਾਂਦੇ ਆ, ਆਪਾਂ ਜੇ ਟੈਕਸੀ ਵੀ ਲੈ ਕੇ ਜਾਂਦੇ ਆਪਾਂ ਮੋਹਰੇ ਗੱਡੀ ਕਿਸੇ ਦੇ ਮਗਰ ਲਾ ਲੈਂਦੇ, ਏਅਰਪੋਰਟ ਨੂੰ ਜਾਊਗਾ ਤਾਂ ਮਗਰ ਚੱਲ ਜਾਵਾਂਗੇ। ਤੇ ਇਸ ਕਰਕੇ ਨੌਜਵਾਨ ਸਾਡੇ ਗਲਤੀ ਨਾਲ ਟਰੈਕਟਰ ਮੁੜ ਗਏ, ਉਹਨਾਂ ਦੇ ਮਗਰ ਚਲੇ ਗਏ। ਮੈਂ ਪਹਿਲਾਂ ਕਹਿ ਚੁੱਕਾ, ਇਹ ਜਿਹੜਾ ਮੁੱਦਾ ਆ ਇਹਨੂੰ ਕਿਸੇ ਕੋਈ ਬੰਦੇ ਨਾਲ ਨਹੀਂ ਸਾਡਾ ਜੋੜਿਆ ਜਾ ਸਕਦਾ, ਚਾਹੇ ਜਥੇਬੰਦੀਆਂ, ਚਾਹੇ ਕੋਈ ABCD ਹੋਰ ਹੋਵੇ। ਇਸ ਵੇਲੇ ਸਾਡਾ ਜਿਹੜਾ ਫੋਕਸ ਹੈ ਉਹ ਸੰਘਰਸ਼ ਲੜਨਾ ਆ। 3 ਕਾਨੂੰਨ ਵਾਪਸ ਕਰਾਉਣੇ ਆ, ਕਾਲੇ ਕਾਨੂੰਨ, MSP ਦੀ ਲੀਗਲ ਗਰੰਟੀ ਲੈਣੀ ਆ। ਜਿਹੜੀ ਗੱਲ ਹੋ ਰਹੀ ਹੈ ਮੀਡੀਆ 'ਚ ਵਾਰ-ਵਾਰ ਫਲਾਨਾ ਗਦਾਰ ਆ, ਉਹ ਗਦਾਰ ਆ, ਕੋਈ ਜਥੇਬੰਦੀਆਂ ਨੂੰ ਕਹਿੰਦਾ, ਕੋਈ ਦੀਪ ਸਿੱਧੂ ਲੱਖੇ ਨੂੰ ਕਹਿੰਦਾ। ਮੈਂ ਉਹਦੇ ਵਿੱਚ ਕੌਣ ਕਹਿੰਦਾ? ਤੁਹਾਡੇ ਜਥੇਬੰਦੀ ਆਮ ਲੋਕ ਕਹਿੰਦੇ ਨੇ। ਇਹ ਟਵਿੱਟਰ ਜੰਗ ਵੀ ਸ਼ੁਰੂ ਹੋ ਗਈ ਹੈ। ਇਹ ਅੰਦੋਲਨ ਹੁਣ ਦੇਸ਼ ਦਾ ਨਹੀਂ ਵਿਦੇਸ਼ਾਂ ਤੱਕ ਪਹੁੰਚ ਗਿਆ। ਜੇ ਉਹ ਲੋਕ ਪ੍ਰਤੀਕਿਰਿਆ ਕਹਿ ਰਹੇ, ਉਹ ਵੀ ਇਹੀ ਕਹਿ ਰਹੇ ਵੀ ਸ਼ਾਂਤੀਮਈ ਹੋਣਾ ਚਾਹੀਦਾ। ਫਿਰ ਸ਼ਾਂਤੀਮਈ ਢੰਗ ਨਾਲ ਕਿਉਂ ਨਹੀਂ ਹੋਣਾ ਚਾਹੀਦਾ? ਜਿਸ ਤਰ੍ਹਾਂ ਅੱਜ ਵੀ ਤੁਸੀਂ ਸਮਝ ਸਕਦੇ ਹੋ ਸ਼ਾਂਤੀਮਈ ਢੰਗ ਨਾਲ ਚਲਾ ਰਹੇ ਹੋ। ਕੀ 26 ਜਨਵਰੀ ਤੇ ਇਹ ਜ਼ਰੂਰੀ ਸੀਗਾ ਵੀ ਦੇਸ਼ ਦੀ ਧਰੋਹਰ ਲਾਲ ਕਿਲ੍ਹੇ ਦੇ ਅੰਦਰ ਜ਼ਰੂਰ ਜਾਣਾ, ਉੱਥੇ ਭੰਨ ਤੋੜ ਕਰਨੀ ਹੈ? ਉਹਦੀ ਕੋਈ ਨਿਖੇਧੀ ਕਰਦਾ? ਜਿਹੜਾ ਝੰਡਾ ਲਹਿਰਾਣਾ ਉਹ ਅਲੱਗ ਚੀਜ਼ ਆ, ਜਿਹੜੀ ਆ ਹੁੱਲੜਬਾਜ਼ੀ ਕਰਨੀ ਉਹਦੇ ਲਈ ਕਾਨੂੰਨ ਆਪਣੇ ਹੱਥ 'ਚ ਲੈਣਾ ਠੀਕ ਗੱਲ ਹੈ। ਤੁਸੀਂ ਦੇਖਿਆ ਹੋਊਗਾ ਸਾਡੀ ਉੱਥੇ ਜਿਹੜੀ ਸਟੇਜ ਆ ਉਤੋਂ ਸੰਯੁਕਤ ਮੋਰਚੇ ਸਟੇਜ ਤੋਂ ਬਾਰ-ਬਾਰ ਉਹਦੀ ਨਿਖੇਧੀ ਕੀਤੀ ਗਈ ਆ। ਪਰ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਨੌਜਵਾਨਾਂ ਦਾ ਕਸੂਰ ਉਹਨਾਂ ਹੈਗਾ, ਪਰ ਸਰਕਾਰ ਨੇ ਕਰਵਾਇਆ, ਸਰਕਾਰ ਦੀਆਂ ਏਜੰਸੀਆਂ ਨੇ ਕਰਵਾਇਆ। ਸਰਕਾਰ ਦੇ ਉੱਥੇ ਦੇ ਜਿਹੜੇ ਨਗਰ ਪਾਸਿਆਂ ਦੇ ਘਰ ਵਾਲੇ ਉਹ ਡਾਂਗਾ ਲੈ ਕੇ ਆਏ ਆ, ਪਬਲਿਕ ਕੋਈ ਆਮ ਨਹੀਂ ਆਈ। ਜਿਹੜੀ ਗੱਲ ਮੈਂ ਕਰਦੀ ਸੀ 26 ਜਨਵਰੀ ਤੋਂ ਅਸੀਂ ਸਿੱਖ ਲਿਆ, ਉਹਨੂੰ ਅਸੀਂ ਅੱਗੇ ਲੈ ਵਰਤਾਂਗੇ, ਪਿੱਛੇ ਨੂੰ ਯਾਦ ਰੱਖਾਂਗੇ ਮੋਹਰਾ ਸਵਾਰਨ ਲਈ। ਪਰ ਪਿੱਛਾ ਯਾਦ ਕਰਕੇ ਅਸੀਂ ਮੋਹਰਾ ਨਹੀਂ ਖਰਾਬ ਕਰਾਂਗੇ। ਅੱਜ ਜਿਹੜੀ ਮੈਂ ਗੱਲ ਕਰਦਾ, ਜਿਹੜੀ ਗੱਲ ਕਰਦੇ ਸੀ ਤੁਸੀਂ ਗੱਲ ਕਰਦੇ ਵੀ ਲੋਕ ਕੀ ਕਹਿ ਰਹੇ ਆ, ਹਰ ਬੰਦੇ ਬਾਹਰੋਂ ਵੀ ਬੈਠੇ, ਇੱਧਰ ਵੀ ਬੈਠੇ ਆ, ਕਈ ਬੰਦੇ ਇਸ ਮੌਕੇ ਦਾ ਫਾਇਦਾ ਉਠਾਉਂਦੇ ਆ, ਲੋਕਾਂ ਦੇ ਵਿੱਚ ਬਖਰੇਵੇਂ ਪੈਦਾ ਕਰਦੇ ਆ। ਮੈਂ ਪਹਿਲਾਂ ਹੀ ਗੱਲ ਸਪਸ਼ਟ ਕਰ ਦਿੱਤੀ, ਅੱਜ ਚਾਹੇ ਉਹ ਜਥੇਬੰਦੀਆਂ ਦੇ ਨੁਮਾਇੰਦੇ ਹੋਣ, ਚਾਹੇ ਲੱਖਾਦੀਪ ਹੋਵੇ, ਚਾਹੇ ਕੋਈ ਵੀ ਹੋਵੇ, ਅੱਜ ਸਾਡਾ ਉਹ ਗਦਾਰ ਹੈ ਜਿਹੜਾ 3 ਕਾਲੇ ਕਾਨੂੰਨ MSP ਤੋਂ ਬਾਹਰ ਗੱਲ ਕਰਦਾ, ਕਿਸੇ ਤਰ੍ਹਾਂ ਦੀ ਵੀ ਗੱਲ ਕਰਦਾ, ਉਹ ਇਸ ਕਿਸਾਨੀ ਮੋਰਚੇ ਦਾ ਉਹ ਬਿਲਕੁਲ ਪੱਕਾ ਗਦਾਰ ਹੈ। ਅਸੀਂ ਉਹਨੂੰ ਗਦਾਰ ਮੰਨਾਂਗੇ। ਹੁਣ ਸਾਨੂੰ ਕਿਸੇ ਨੂੰ ਗਦਾਰ ਕਹਿਣ ਦੀ ਲੋੜ ਨਹੀਂ। ਜਿਹੜਾ ਸਮਾਂ ਆ, ਸਮਾਂ ਆਪੇ ਗਦਾਰਾਂ ਨੂੰ ਉੱਪਰ ਗਦਾਰਾਂ ਨੂੰ ਥੱਲੇ ਲਿਜਾਊਗਾ, ਸੱਚਿਆਂ ਨੂੰ ਉੱਪਰ ਤਾਰੂਗਾ। ਜਦੋਂ ਅਸੀਂ ਉੱਥੇ ਕਵਰੇਜ ਕਰ ਰਹੇ ਸੀ, ਤੁਹਾਡਾ ਦੀਪ ਸਿੱਧੂ ਵੀ ਜਿਹੜਾ ਸਪੈਸ਼ਲ ਜਿਹੜਾ ਦਾ ਨਾਂ ਆਇਆ ਵੀ ਝੰਡਾ ਚੜਾਉਣ ਦੇ ਵਿੱਚ, ਉਹਨਾਂ ਨੂੰ ਬਗਲਾਉਣ ਦੇ ਵਿੱਚ, ਉਹ ਜਦੋਂ ਟਰੈਕਟਰ ਤੋਂ ਬਾਹਰ ਕੇ ਭੱਜੇ ਸੀਗੇ ਤੇ ਤੁਹਾਡੇ ਸਾਰੀਆਂ ਜਥੇਬੰਦੀਆਂ ਉਹਨਾਂ ਨੂੰ ਗਦਾਰ ਕਹਿ ਰਹੀਆਂ ਸੀ। ਹੁਣ ਉਹਨਾਂ ਨੂੰ ਗਦਾਰੀ ਐਜ਼ ਏ ਗਦਾਰ ਕਹਿ ਕੇ ਮੰਨਿਆ। ਉਹਨਾਂ ਦੇ ਲੱਖ ਰੁਪਈਆ ਨਾਮ ਵੀ ਰੱਖਤਾ ਦਿੱਲੀ ਪੁਲਿਸ ਨੇ। ਲੱਖਾਂ ਸਿਧਾਨਾਂ ਦੇ ਦੀਪ ਸਿੱਧੂ 'ਚ ਪਹਿਲਾਂ ਵੀ ਖੜਕਣ ਰਹੀ ਆ ਇਸ ਅੰਦੋਲਨ ਨੂੰ ਤਾਰ ਪਿੱਟੋ ਕਰਨ 'ਚ। ਕੀ ਸਮਝਦੇ ਹੋ ਤੁਸੀਂ ਵੀ ਇਹ ਲੋਕ ਜਿਹੜੇ ਹੈ ਤੁਸੀਂ ਉਹਨਾਂ ਨੂੰ ਸਟੇਜਾਂ ਤੇ ਦੁਬਾਰਾ ਚੜ੍ਹਨ ਦਿਓਗੇ? ਮੈਂ ਜਿਹੜੀ ਤੁਹਾਨੂੰ ਗੱਲ ਦੱਸਦਾ, ਇਹ ਫੈਸਲੇ ਆ ਇਹ ਸਾਡੇ ਜਿਹੜੇ ਉੱਥੇ ਸੰਯੁਕਤ ਮੋਰਚੇ ਦੇ 40 ਮੈਂਬਰ ਬਹਿੰਦੇ ਆ, ਉਹਨਾਂ ਨੇ ਲੈਣੇ ਆ। ਪਰ ਹਾਂ ਮੈਂ ਇਹ ਗੱਲ ਕਹਿਣਾ ਤੁਹਾਨੂੰ, ਵਾਰ-ਵਾਰ ਆਪਾਂ ਕਿਸੇ ਦਾ ਨਾਂ ਲੈ ਕੇ ਨਾ ਕਹੀਏ ਕਾਹਤੇ। ਉਹੀ ਚੀਜ਼ ਨੇ ਆਪਾਂ ਤਾਂ ਤੁਸੀਂ ਅਗਲੀ ਕੀਤੀ ਇੰਟਰਨੈਸ਼ਨਲ ਲੈਵਲ, ਉਹ ਤਾਂ ਜੱਗ ਜ਼ਾਹਰ ਹੋ ਚੁੱਕਾ। ਇੰਟਰਨੈਸ਼ਨਲ ਲੈਵਲ ਦੀ ਤੁਸੀਂ ਗੱਲ ਕੀਤੀ ਹੈ, ਮੈਂ ਉੱਥੇ ਆਉਣਾ ਚਾਹੁੰਦਾ। ਤੁਹਾਡੀ ਰਿਹਾਨਾ ਨੇ ਟਵੀਟ ਕੀਤਾ, ਮੈਂ ਕਹਿੰਦਾ ਕੀੜੇ ਮਾਰ ਸਪਰੇਅ ਕੀਤੀ, ਜਿਹੜੇ ਇੱਥੇ ਤੜਫਦੇ ਕੀੜੇ ਸਾਰੇ ਬਾਹਰ ਆ ਗਏ ਬਾਲੀਵੁੱਡ ਦੇ। ਚੰਗੇ ਬੰਦਿਆਂ ਨੇ ਵੀ ਕਿਸਾਨਾਂ ਦੇ ਪੱਖ 'ਚ ਵੀ ਟਵੀਟ ਕੀਤਾ। ਉਹ ਇੱਕ ਜਿੱਦਾਂ ਕਹਿੰਦੇ ਜਾਗ ਲਾਇਆ, ਇੱਕ ਜਾਗ ਲਾਇਆ, ਲੋਕੀ ਹੋਰ ਵੀ ਉੱਠ ਖੜੇ। ਮੈਂ ਇਹ ਗੱਲ ਕਹਿੰਦਾ, ਇੰਟਰਨੈਸ਼ਨਲ ਮੀਡੀਆ ਤਾਂ ਆਪਣੀ ਸਪੋਰਟ ਵਿੱਚ ਆਪਾਂ ਨੂੰ ਫੇਵਰ 'ਚ ਕਰ ਰਿਹਾ। ਆਪਾਂ ਇੱਥੇ ਕਿਸੇ ਨਾਲ ਪਰਸਨਲ ਲੜਾਈਆਂ ਲੜ ਕੇ ਉਹ ਫਲਾਣੇ ਦੇ ਪੋਸਟ ਖਿਲਾਫ ਪਾਉਂਦਾ, ਉਹ ਜਥੇਬੰਦੀਆਂ ਦੇ ਖਿਲਾਫ ਪਾਉਂਦਾ, ਉਹ ਲੱਖੇਦੀਪ ਦੇ ਖਿਲਾਫ ਪਾਉਂਦਾ। ਨਹੀਂ, ਮੈਂ ਕਹਿੰਦਾ ਇਹ ਸਮਾਂ ਨਹੀਂ, ਆਪਾਂ ਨੂੰ ਇੱਕ ਦੂਜੇ ਦੇ ਖਿਲਾਫ ਲੜਨ ਦੀ ਕੋਈ ਲੋੜ ਨਹੀਂ। ਹਾਂ ਸਮਾਂ ਆਊਗਾ, ਜਿਹੜਾ ਸੱਚਾ ਹੋਊਗਾ ਉਹ ਤਰ ਜਾਊਗਾ, ਜਿਹੜਾ ਝੂਠਾ ਹੋਊਗਾ ਡੁੱਬ ਜਾਊਗਾ। ਆਪਾਂ ਨੂੰ ਇਸ ਵੇਲੇ ਜਿਹੜਾ ਸਾਡਾ ਫੋਕਸ ਆ ਉਹ ਅਰਜਨ ਦੇ ਤੀਰ ਵਾਂਗੂ ਆਪਣਾ ਨਿਸ਼ਾਨਾ ਅੱਖ ਤੇ ਆ, ਨਾ ਕਿ ਮੱਛੀ ਤੇ। ਸਾਡਾ ਨਿਸ਼ਾਨਾ ਕੇਂਦਰ ਸਰਕਾਰ ਤੇ ਆ, ਨਾ ਕਿਸੇ ਦਿੱਲੀ ਵਾਸੀ ਤੇ ਆ, ਨਾ ਕਿਸੇ ਹੋਰ ਹਿੰਦੂ ਵੀਰ ਤੇ ਆ। ਸਾਡੇ ਲਈ ਸਾਰੇ ਇੱਕ ਆ। ਸਾਡੇ ਜਿਹੜਾ ਸੰਘਰਸ਼ ਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰਿਆਂ ਦਾ ਸੰਘਰਸ਼ ਆ। ਇਹ ਕਿਸੇ ਜਾਤ ਦਾ, ਕਿਸੇ ਧਰਮ ਦਾ, ਕਿਸੇ ਇੱਕ ਖਿੱਤੇ ਦਾ ਸੰਘਰਸ਼ ਨਹੀਂ। ਇਹ ਸੰਘਰਸ਼ ਕਿਸਾਨੀ ਦਾ। ਕਿਸਾਨੀ ਕੋਈ ਧਰਮ ਨਹੀਂ, ਕਿਸਾਨੀ ਇੱਕ ਕਿੱਤਾ ਆ, ਉਹਦੇ ਵਿੱਚ ਸਾਰੇ ਆਉਂਦੇ ਆ। ਮੈਂ ਇਹ ਬੇਨਤੀ ਕਰਦਾ ਬਈ ਆਪਣਾ ਜਿਹੜਾ ਅੰਦੋਲਨ ਨੂੰ ਸਪੋਰਟ ਕਰਨ ਲਈ ਇੰਟਰਨੈਸ਼ਨਲ ਲੈਵਲ ਤੇ ਗੱਲ ਗਈ ਆ, ਉਹਨੂੰ ਤਾਂ ਵਧਾਓ। ਆਪਣੀਆਂ ਜਿਹੜੀਆਂ ਛੋਟੀਆਂ ਲੜਾਈਆਂ ਨੂੰ ਹਜੇ ਨਾ ਲੜੋ। ਇਹ ਆਪਾਂ ਲੜ ਲਾਂਗੇ। ਪੰਜਾਬ ਆ ਕੇ ਸਮਾਂ ਹੋਊਗਾ, ਸਮਾਂ ਲੋੜ ਨਹੀਂ ਮੈਂ ਕਹਿੰਦਾ ਲਿਆਉਣ ਦੀ। ਆਪਾਂ ਪਿੱਛੇ ਨੂੰ ਝਾਤ ਮਾਰੀ ਆ। ਜਿਹੜਾ ਵੀ ਗਦਾਰ ਹੋਇਆ ਕੋਈ, ਚਾਹੇ ਉਹ ਕੌਮ ਦਾ ਗਦਾਰ ਹੋਵੇ, ਚਾਹੇ ਦੇਸ਼ ਦਾ, ਉਹ ਆਪਣੇ ਆਪ ਨਿਖਰ ਕੇ ਮੂਹਰੇ ਆ ਜਾਂਦਾ। ਹੁਣ ਤੁਸੀਂ ਸਮਝਦੇ ਹੋ ਵੀ 3 ਵਜੇ ਤੱਕ ਜਿਹੜਾ ਅੱਜ ਤੁਸੀਂ ਚੱਕਾ ਜਾਮ ਦੇਸ਼ ਭਰ 'ਚ ਕੀਤਾ ਹੋਇਆ, ਕੀ ਅਗਰ ਉਸ ਤੋਂ ਕੋਈ ਸਰਕਾਰ ਅਗਰ ਝੁਕਦੀ ਨਜ਼ਰ ਆਊਗੀ? ਜੇ ਨਹੀਂ ਝੁਕੇਗੀ ਫਿਰ ਅਗਲਾ ਸਟੈਪ ਕੀ ਲਓਗੇ? ਦੇਖੋ ਜੀ, ਇਹ ਲੜਾਈ ਜਿਹੜੀ ਆ ਲੰਬੀ ਮੰਨ ਕੇ ਚੱਲ ਰਹੇ ਅਸੀਂ ਜਦੋਂ ਪੰਜਾਬ 'ਚੋਂ ਚੱਲੇ ਸੀ, ਸਾਨੂੰ ਹਜੇ 73-74 ਦਿਨ ਹੋਇਆ ਮੇਰੇ ਅੰਦਾਜ਼ੇ ਦੇ ਹਿਸਾਬ ਨਾਲ। ਚਲੋ ਇਥੋਂ ਪਿੰਡੋਂ ਤੁਰਿਆ ਨੂੰ 25 ਨਵੰਬਰ ਤੋਂ ਅਸੀਂ 75 ਦਿਨ ਦੇ ਕਰੀਬ ਹੋ ਗਏ। ਮਤਲਬ ਕੀ ਆ, ਅਸੀਂ 6 ਮਹੀਨੇ ਦਾ ਰਾਸ਼ਨ ਲੈ ਕੇ ਗਏ ਸੀ, ਅਜੇ ਤੁਹਾਡੇ 3 ਮਹੀਨੇ ਨਹੀਂ ਹੋਏ। ਤੁਸੀਂ ਇਹ ਨਾ ਬੇਫਿਕਰ ਕਰੋ, ਸਰਕਾਰ ਨਾ ਮੰਨੇ। ਜਿਹੜਾ ਅੱਜ ਜਿਹੜਾ ਸੀਗਾ 1 ਮਿੰਟ ਦਾ ਅਸੀਂ ਹੌਰਨਾਂ ਦਾ ਵੀ ਰੱਖਿਆ। ਅਸੀਂ ਕਿਹਾ ਵੀ ਸ਼ਾਇਦ ਕਹਿੰਦੇ ਜਿਹੜਾ ਬੰਦਾ ਜਿਸ ਤਰੀਕੇ ਨਾਲ ਲੋਕਾਂ ਨੂੰ ਸਮਝਾਉਂਦਾ ਉਸ ਤਰੀਕੇ ਨਾਲ ਸਮਝਵੇ। ਕਦੇ ਉਹ ਕਹਿੰਦਾ ਭਾਂਡੇ ਖੜਕਾਓ, ਕਦੇ ਮੋਮਬੱਤੀਆਂ ਜਗਾਓ। ਸਾਡੇ ਯੂਨੀਅਨ ਨੇ ਕਿਹਾ ਵੀ ਹੌਰਨ ਵਜਾ ਕੇ ਦੇਖ ਲਓ, ਸ਼ਾਇਦ ਇਹਨੇ ਖੇਤੀ ਮੰਤਰੀ ਦੇ, ਅਮਿਤ ਸ਼ਾਹ ਦੇ, ਸ਼ਾਇਦ ਪ੍ਰਾਈਮ ਮਿਨਿਸਟਰ ਦੇ ਕੰਨ ਖੁੱਲ੍ਹ ਜਾਣ, ਉਹਨਾਂ ਨੂੰ ਆਵਾਜ਼ ਸੁਣੇ ਲੋਕਾਂ ਦੀ, ਪਬਲਿਕ ਦੀ। ਇਸ ਕਰਕੇ ਜਿਹੜਾ 1 ਮਿੰਟ ਦਾ ਅੱਜ 3 ਘੰਟੇ ਦਾ ਲੱਗ ਕੇ ਚੱਕਾ ਜਾਮ 1 ਮਿੰਟ ਦਾ ਹੌਰਨਾਂ ਦਾ ਦਿੱਤਾ ਗਿਆ ਵੀ 1 ਮਿੰਟ ਹੌਰਨ ਵਜਾਉਣੇ ਆ। ਉਹਦਾ ਕਾਰਨ ਇਹ ਹੈ ਵੀ ਸ਼ਾਇਦ ਉਹ ਸਮਝ ਜਾਣ।
ਹੌਰਨ ਵਜਾਣੇ ਕੀ ਤੁਹਾਡੀ ਇੱਥੇ ਕੀ ਤੁਸੀਂ ਇੰਤਜ਼ਾਮ ਕੀ ਕੀਤਾ ਹੌਰਨ ਵਜਾਉਣ ਵਾਸਤੇ ਕੀ ਇੰਤਜ਼ਾਮ ਕੀਤਾ? ਅਸੀਂ ਕਾਲ ਦਿੱਤੀ ਹੋਈ ਆ ਲੋਕਾਂ ਨੂੰ ਆਪ ਮਾਰੇ, ਇਹ ਬਹੁਤ ਵੱਡੀ ਗੱਲ ਹੈ। ਚਾਹੇ ਅੱਜ ਪੰਜਾਬ ਦਾ ਕੋਈ ਰੇਹੜੀ ਵਾਲਾ ਆ, ਚਾਹੇ ਕੋਈ ਫੈਕਟਰੀ ਵਾਲਾ ਆ, ਚਾਹੇ ਕੋਈ ਵਪਾਰੀ ਆ, ਚਾਹੇ ਕੋਈ ਕਰਿਆਨੇ ਵਾਲਾ, ਚਾਹੇ ਕੋਈ ਕੱਪੜੇ ਵਾਲਾ, ਉਹ ਸਾਡੇ ਨਾਲ ਖੜਾ। ਜੇ ਉਹ ਦਿੱਲੀ ਨਹੀਂ ਜਾ ਸਕਦਾ, ਉਹ ਆਪਾਂ ਨੂੰ ਸਾਨੂੰ ਪੂਰੀ ਸਪੋਰਟ ਦੇ ਰਿਹਾ। ਇਸ ਕਰਕੇ ਸਾਨੂੰ ਉਮੀਦ ਹੈ ਜਿਹੜੇ ਲੋਕਾਂ ਨੂੰ ਇਹ ਕਾਲ ਮਿਲੀ ਹੋਆ ਆਪਣੇ ਆਪ ਮਾਰੇ ਹੋ ਜਾਊਗਾ। ਕਿਸਾਨ ਆਗੂ ਨੇ ਕਿਹਾ ਵੀ ਸਾਰੇ ਲੋਕ 3 ਵਜੇ 1 ਮਿੰਟ ਲਈ ਹੌਰਨ ਵਜਾਣਗੇ। ਕੀ ਇਹ ਮੈਸੇਜ ਵਾਕਈ ਜਿੱਦਾਂ ਤੁਸੀਂ ਕਹਿ ਰਹੇ ਹੋ ਸੁੱਤੀ ਸਰਕਾਰ ਤੱਕ ਪਹੁੰਚੂਗਾ ਕਿ ਨਹੀਂ ਪਹੁੰਚੂਗਾ? ਦੇਖੋ ਜੀ, ਪਹੁੰਚਣਾ ਚਾਹੀਦਾ। ਉਹ ਹੁਣ ਜਾਣ ਕੇ ਕੰਨ ਭੇਟੀਆਂ ਮਾਰਨ ਤਾਂ ਉਹ ਵੱਖਰੀ ਗੱਲ ਆ, ਕਿਉਂ ਸਰਕਾਰ ਗੂੰਗੀ ਹੋ ਚੁੱਕੀ ਆ। ਕੱਲ ਨਰਿੰਦਰ ਤੋਮਰ ਨੇ ਵਾਰ-ਵਾਰ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਕਿਸਾਨ ਸਮਝਾਉਣ ਤਾਂ ਸਹੀ, ਪਤਾ ਨਹੀਂ ਇਹਨਾਂ ਦੇ ਦਿਮਾਗ ਵਿੱਚ ਤੂੜੀ ਭਰੀ ਆ। ਇਹਨਾਂ ਕਹਿੰਦੇ ਵੀ ਬਿਗੜਾਏ ਹੋਏ ਆ, ਸਿਰਫ ਇੱਕ ਸਟੇਟ ਦੇ ਕਿਸਾਨ ਆ, ਬਾਕੀ ਸਟੇਟਾਂ ਸਾਰੀਆਂ ਮੰਨਦੀਆਂ। ਹਾਂਜੀ ਕਿਉਂ ਵੈਸੇ ਵੀ ਉਹ ਜਿੱਦਾਂ ਹੁਣ ਜਿਹੜੇ ਉਧਰਲੀ ਸਟੇਟਾਂ ਵਾਲੇ ਲੋਕ ਆ ਉਹ ਪਹਿਲਾਂ ਤਾਂ ਪੜ੍ਹੇ ਲਿਖੇ ਨਹੀਂ ਹੈਗੇ, ਉਹਨਾਂ ਦੇ ਰੋਜ਼ਗਾਰ ਖੋਏ ਹੋਏ ਆ। ਸਾਡੇ ਪੰਜਾਬ ਨੂੰ ਜ਼ਿਆਦਾ ਪੜ੍ਹੇ ਲਿਖੇ ਆ, ਜਿੰਨਾ ਸੋਚ ਹੈ 100% ਲਿਟਰੇਸੀ ਹੈ, ਇਹ ਨਹੀਂ ਗੱਲ, ਇਹ ਸ਼ਾਇਦ ਸਾਰੇ ਪੜ੍ਹੇ ਲਿਖੇ ਆ। ਦੇਖੋ 82 ਕਰੋੜ ਦੁਨੀਆ ਇਦਾਂ ਦੀ ਆ ਜਿਹੜੀ ਜਿੰਨਾ ਕੁ ਕਮਾਉਂਦੇ ਉਹਨਾਂ ਕੁ ਖਾਂਦੇ ਆ, ਵਿੱਚ ਇਦਾਂ ਦੀ ਦੁਨੀਆ ਵੀ ਹੈਗੀ ਆ। ਜੇ ਸਾਡੇ ਲੋਕ ਬਾਹਰ ਨਾ ਗਏ ਹੁੰਦੇ, ਕੁਝ ਲੋਕ ਵਿੱਚ ਪੜ੍ਹੇ ਲਿਖੇ ਨਾ ਹੁੰਦੇ, ਤਾਂ ਸਾਡੇ ਤੇ ਤਾਂ ਇਹ ਅਤਿਆਚਾਰ ਹੋ ਹੀ ਜਾਣਾ ਸੀ। ਜਿਨ੍ਹਾਂ ਨੂੰ ਨੌਲੇਜ ਸੀਗੀ ਉਹ ਪਹਿਲਾਂ ਉੱਠੇ। ਹੁਣ ਪੰਜਾਬ ਨੂੰ ਵੀ ਨੌਲੇਜ ਸੀਗੀ, ਪੰਜਾਬ ਪਹਿਲਾਂ ਉੱਠਿਆ। ਜਿਹੜੀਆਂ ਬਾਕੀ ਸਟੇਟਾਂ ਸੀਗੀਆਂ ਉਹ ਪਹਿਲਾਂ ਕਿਉਂ ਨਹੀਂ ਉੱਠੀਆਂ? ਗੱਲ ਇਹ ਆ ਵੀ ਉਹ ਲੋਕਾਂ ਨੂੰ ਡਰ ਜ਼ਿਆਦਾ, ਉਹਨਾਂ ਦੇ ਅੰਦਰ ਡਰ ਪੈਦਾ ਕੀਤਾ ਹੋਇਆ ਆ। ਉਧਰ ਪਹਿਲਾਂ ਭੇਦਭਾਵ ਵੀ ਕਰਦੇ ਆ, ਅਤਿਆਚਾਰ ਵੀ ਲੋਕਾਂ ਦੇ ਹੁੰਦਾ। ਕਿਉਂ ਉਹ ਜਿਹੜੇ ਲੋਕ ਆ ਉਹ ਪਹਿਲਾਂ ਹੀ ਡਰੇ ਹੋਏ ਆ। ਪੰਜਾਬ ਪਹਿਲਾਂ ਤੋਂ ਸੂਰਮਿਆਂ ਦਾ ਸਟੇਟ ਰਹੀ ਆ, ਇਹ ਹਰ ਚੀਜ਼ ਨੂੰ ਪਹਿਲ ਦਿੰਦਾ। ਕਿਉਂ ਇਹ ਜੰਗਾਂ ਦੇ ਵਿੱਚ ਜੇ ਆਪਣੇ ਇਨਸਾਫ ਦੀ ਲੜਾਈ ਜਿੱਥੇ ਵੀ ਪੰਜਾਬ ਡਟ ਕੇ ਮੁਕਾਬਲਾ ਕਰਦਾ। ਇਹ ਲੋਕ ਸੋਚਦੇ ਆ ਵੀ ਪੰਜਾਬ ਨੂੰ ਕੋਈ ਇੰਨੀ ਹੈ ਨਹੀਂ, ਇਹਨੂੰ ਵੀ ਦਬ ਲਵਾਂਗੇ। ਹੁਣ ਵੀ ਇਹ ਲੋਕ ਨਸ਼ੇ ਤੇ ਲੱਗ ਚੁੱਕੇ ਆ ਤੇ ਪੜ੍ਹੇ ਲਿਖੇ ਹੁਣ ਘੱਟ ਆ। ਜਿਹੜੇ ਪੜ੍ਹੇ ਲਿਖੇ ਆ ਉਹਨਾਂ ਨੇ ਆਉਣਾ ਨਹੀਂ। ਮੰਨਦੇ ਹੋ ਵੀ ਪੰਜਾਬ ਦੇ ਮੁੰਡੇ ਨਸ਼ੇ 'ਚ ਲੱਗ ਚੁੱਕੇ ਆ? ਦੇਖੋ ਜੀ, ਨਸ਼ੇ ਜੇ ਸਰਕਾਰ ਲਾਵੇ ਤਾਂ ਲੱਗਦੇ ਆ। ਤੁਸੀਂ ਦੇਖੋ ਬਾਰਡਰਾਂ ਦੇ ਉੱਤੋਂ ਇਹ ਕਹਿ ਦਿੰਦੇ ਪਾਕਿਸਤਾਨ 'ਚ ਨਸ਼ਾ ਇੱਧਰ ਕਿੱਦਾਂ ਆ ਗਿਆ, ਪਾਕਿਸਤਾਨ ਨੂੰ ਬਦਨਾਮ ਕਰਦੇ ਨਸ਼ਾ ਆ ਗਿਆ, ਕਿੱਦਾਂ ਆ ਗਿਆ? ਤੁਹਾਡੀ ਸਿਕਿਉਰਿਟੀ ਉੱਥੇ ਕੀ ਕਰ ਰਹੀ ਆ? ਤੁਸੀਂ ਇੱਥੇ ਐਡੇ ਵੱਡੇ ਬੈਰੀਕੇਡ ਕਰ ਦਿੱਤੇ, ਜੇ ਉੱਥੇ ਲਾਉਂਦੇ ਤਾਂ ਨਸ਼ੇ ਕਿੱਦਾਂ ਆ ਜਾਂਦੇ? ਕਦੀ ਇਹਨਾਂ ਦੇ ਕਸ਼ਮੀਰ 'ਚੋਂ ਅੱਤਵਾਦੀ ਆ ਜਾਂਦੇ, ਕਦੀ ਕਿਸੇ ਪਾਸਿਓਂ। ਜਿਹੜਾ ਮੇਨ ਮੁੱਦਾ ਆ ਉੱਥੇ ਤਾਂ ਇਹ ਆਉਂਦੇ ਹੀ ਨਹੀਂ। ਇਹ ਦੁਨੀਆ ਨੂੰ ਇੱਧਰ ਉੱਧਰ ਭਟਕਾ ਕੇ ਰੱਖਦੇ ਆ ਵੀ ਲੋਕੀ ਉੱਧਰੋਂ ਡਰ ਪੈ ਜਾਵੇ, ਉੱਧਰੋਂ ਅੱਤਵਾਦੀ ਆ ਗਏ, ਇੱਧਰੋਂ ਨਸ਼ਾ ਆ ਗਿਆ। ਸਾਡੇ ਲੋਕਾਂ ਨੂੰ ਸਿਰਫ ਇਹ ਆ ਵੀ ਇਹ ਲੋਕ ਜਿਹੜੇ ਆ ਇੱਧਰ ਉੱਧਰ ਭਟਕਾ ਕੇ ਇਹਨਾਂ ਨੂੰ ਬੇਵਕੂਫ ਬਣਾਈ ਰੱਖੋ, ਇਹ ਪਾੜੋ ਤੇ ਰਾਜ ਕਰੋ। 2-3 ਦਿਨ ਪਹਿਲਾਂ ਜਿਹੜੇ ਬੈਰੀਕੇਡਾਂ ਦੀ ਗੱਲ ਕੀਤੀ ਆ, ਕਿਸਾਨ ਤਾਂ ਅਨਾਜ ਬੀਜਦਾ ਤੇ ਜਿਹੜੀਆਂ ਸਰਕਾਰਾਂ ਉਹਨਾਂ ਨੇ ਉੱਥੇ ਕਿੱਲ ਬੀਜੇ ਆ, ਕਿੱਦਾਂ ਦੇਖਦੇ ਹੋ ਜੀ? ਇਹਨਾਂ ਨੇ ਇੰਨਾ ਭੜਕਾਉਣ ਦਾ ਕਿਸਾਨਾਂ ਤੇ ਜ਼ੁਲਮ ਕੀਤਾ ਸਰਕਾਰ ਨੇ, ਮੋਦੀ ਸਰਕਾਰ ਨੇ। ਜਿਹੜੇ ਰੋਡਾਂ ਤੇ ਆਪਾਂ ਜਾ ਰਹੇ ਹਾਂ ਉਹਨਾਂ ਉੱਤੇ ਵੀ ਫੱਟੀਆਂ ਤੇ ਲੱਕੜਾਂ ਦੀ ਫੱਟੀਆਂ ਦੇ ਉੱਤੇ ਕਿੱਲ ਠੋਕ ਕੇ ਤੇ ਸਾਡੇ ਰਸਤੇ ਰੋਕੇ। ਫਿਰ ਸਾਡੇ ਜਿਹੜੇ ਆਗੂ ਆ ਨੌਜਵਾਨ ਕਿਸਾਨ ਸਭਾ, ਉਹਨਾਂ ਨੂੰ ਇਹਨਾਂ ਸ਼ਹੀਦ ਕਰਤਾ। ਫਿਰ ਕਿੰਨੇ ਲੋਕ ਉੱਥੇ ਮਾਰੇ ਗਏ। ਫਿਰ ਅਮਨ ਮੈਂ 1 ਮਿੰਟ ਗੱਲ ਕਰਨਾ ਚਾਹੁੰਦਾ ਵੀ ਜਿਹੜੇ ਡੋਡਿਆਂ ਦੀ ਨਸ਼ੇ ਦੀ ਗੱਲ ਕੀਤੀ ਆ, ਜੰਮੂ ਕਸ਼ਮੀਰ ਤੋਂ ਰਾਜਸਥਾਨ ਤੋਂ ਡੋਡਿਆਂ ਦੇ ਟਰੱਕ ਆਉਂਦੇ ਰਹੇ। ਕੋਈ ਇੰਨੀ ਇਹ ਗੁੰਗੀ ਬੋਲੀ ਸਰਕਾਰ ਆ, ਇੰਨੀ ਛੇਤੀ ਨਹੀਂ ਮੰਨਦੀ ਇਹ। ਅੱਗੇ ਇਹਨਾਂ ਨੂੰ ਜਦੋਂ 70-75 ਦਿਨ ਤੋਂ ਪਹਿਲਾਂ ਨਹੀਂ ਮੰਨੇ, ਹੁਣ ਵੀ ਇਹਨਾਂ ਇਹ ਲੰਮਾ ਸੰਘਰਸ਼ ਚੱਲੂਗਾ। ਇਹ ਜਿਹੜੀ ਮੇਨ ਕਾਲ ਆ, ਇਹ ਤਾਂ ਜਿਹੜੇ ਸਾਡੇ ਨੌਜਵਾਨ ਵੀਰ ਅੰਦਰ ਉੱਥੇ ਹੋਏ ਆ, ਬਹੁਤ ਸਾਰੇ ਟਰੈਕਟਰ ਆ, ਇਹ ਉਹਨਾਂ ਦੇ ਲਈ ਆ ਕਿ ਉਹਨਾਂ ਦੇ ਲੋਕ ਸਾਰੇ ਪਬਲਿਕ ਹੋਰ ਵੀ ਸਾਰੇ ਜਿਹੜੇ ਸਾਡੇ ਭਾਈ ਬੰਦੇ ਆ, ਹਾਂ ਦਾ ਨਾਰਾ ਵੱਜੇ ਉਹਨਾਂ ਨੂੰ ਰਿਹਾ ਕਰਾਉਣ ਦੇ ਲਈ। ਨਹੀਂ, ਅਗਰ ਸਪੋਜ਼ ਉਹ ਤਾਂ ਚਲੋ ਜਿਹੜੇ ਕੇਸ ਹੋਇਆ ਉਹ ਰਿਹਾ ਹੋਣਗੇ, ਤੁਸੀਂ ਜਿਹੜਾ ਮੇਨ ਤੁਹਾਡਾ ਕਾਜ਼ ਆ, ਜਿੱਦਾਂ ਭਾਈ ਸਾਹਿਬ ਕਿਹਾ ਅੱਖ ਤੁਹਾਡੀ ਤਿੰਨੇ ਕਿਸਾਨੀ ਕਾਨੂੰਨ ਜਿਹੜੇ ਰੱਦ ਕਰਾਣੇ ਆ, ਉਹਦੇ ਲਈ ਤੁਹਾਡੀ ਅਗਲੀ ਰਣਨੀਤੀ ਕੀ ਹੈ? ਮੇਨ ਰਣਨੀਤੀ ਸਾਡੇ ਉੱਥੇ ਜਿਹੜੀਆਂ ਜਥੇਬੰਦੀਆਂ ਦੇ ਮੇਨ ਆਗੂ ਬੈਠੇ ਆ, ਉਹ ਮੇਨ ਤਾਂ ਗਵਰਨਮੈਂਟ ਨਾਲ ਗੱਲ ਹੋਣੀ ਆ, ਸਰਕਾਰ ਨਾਲ। ਪੀਐਮ ਕਹਿੰਦੇ ਮੈਂ 1 ਕਾਲ ਦੇ ਨੇੜੇ ਆ। ਤੁਹਾਡੇ ਕੋਲ ਹੈਗਾ ਪੀਐਮ ਦਾ ਨੰਬਰ? ਮੈਂ ਤੁਹਾਨੂੰ ਪੁੱਛਦਾ, ਹੈਗਾ ਤੁਹਾਡੇ ਕੋਲ ਪੀਐਮ ਦਾ ਨੰਬਰ? ਮੀਡੀਆ ਦੇ ਕੋਲ ਜਾਂ ਕਿਸੇ ਦੇ ਕੋਲ ਨੰਬਰ ਹੈਗਾ? ਪੀਐਮ ਹਾਊਸ ਦਾ ਨੰਬਰ ਤਾਂ ਹੈਗਾ, ਪਰ ਫਿਰ ਉੱਥੇ ਦੇਖੋ ਕਾਲ ਕਰਕੇ ਚੱਕਦੇ ਆ, ਤੁਹਾਡੀ ਗੱਲ ਕਰਾਉਂਦੇ ਆ। ਜੋ 1 ਕਾਲ ਦੇ ਨੇੜੇ ਤਾਂ ਹੈ ਨਹੀਂ ਉਹ ਤਾਂ ਜਿਹੜੇ ਉਹਨਾਂ ਦੇ ਆਪਣੇ ਉਹ ਬੰਦੇ ਭੇਜਦੇ ਆ, ਡੰਮੀਆਂ ਜਿੰਨੇ ਵੀ ਉਹਨਾਂ ਦੇ ਕੈਬਨਿਟ ਮੈਂਬਰ ਆ, ਸਾਰੀ ਜਿਹੜੀ ਪਾਵਰ ਆ ਉਹ ਤਾਂ ਅਮਿਤ ਸ਼ਾਹ ਤੇ ਪੀਐਮ ਮੋਦੀ ਕੋਲ ਆ। ਬਾਕੀ ਦਾ ਜਿਹੜਾ ਤੋਮਰ ਵੀ ਆ ਕੇ ਕਹੀ ਜਾਂਦਾ, ਮੈਂ ਜਾ ਉੱਠ ਕੇ ਮਿੰਟ ਦੇ ਉੱਠਦੇ ਆ ਮੀਟਿੰਗ 'ਚੋਂ ਫੋਨ ਲੈ ਕੇ ਬਾਹਰ ਗੱਲ ਕਰਦੇ ਆ।
ਉਹ ਉਹਨਾਂ ਕੋਲ ਜੇ ਆਪਣਾ ਉਹਨਾਂ ਕੋਲ ਹੈ ਹੀ ਨਹੀਂ ਆ ਸਟੈਂਡ ਕਿ ਅਸੀਂ ਕੋਈ ਗੱਲ ਕਰ ਲਈਏ ਜਾਂ ਇਹਨਾਂ ਨਾਲ ਕੋਈ ਕਮਿਟਮੈਂਟ ਕਰੀਏ ਤਾਂ ਉਹਨਾਂ ਨਾਲ ਤਾਂ ਜਥੇਬੰਦੀਆਂ ਨੇ ਮੀਟਿੰਗ ਕਰਨ ਤੋਂ ਨਾ 11 ਦੌਰ ਦੀ ਮੀਟਿੰਗ ਚੱਲੀ ਆ, ਉਹਨਾਂ ਨੂੰ ਨੰਬਰ ਸੀਗੇ ਤੇ ਤਾਂ ਹੀ ਚੱਲੀ ਆ, ਦੋਨਾਂ ਨੂੰ ਸੱਦਾ ਆਇਆ ਤਾਂ ਹੀ ਚੱਲੀ ਆ। ਹੁਣ ਜਦੋਂ ਮੀਟਿੰਗ ਬੰਦ ਹੋਈ ਆ ਸਿਰਫ ਉਹ ਜਦੋਂ 26 ਜਨਵਰੀ ਤੋਂ ਪਹਿਲਾਂ ਬੰਦ 11 ਦੌਰਾਂ ਦੇ ਵਿੱਚ ਕਦੇ ਵੀ ਪੀਐਮ ਨੇ ਨਹੀਂ ਕਿਹਾ ਕਦੇ ਮੈਂ ਇੱਕ ਕਾਲ ਦੇ ਨੇੜੇ ਆ। ਹੁਣ ਪੀਐਮ ਕਹਿੰਦਾ ਮੈਂ ਇੱਕ ਕਾਲ ਦੇ ਨੇੜੇ ਆ, ਜੇ ਇੱਕ ਕਾਲ ਦੇ ਨੇੜੇ ਆ ਤਾਂ ਫਿਰ ਕਾਲ ਕਰ ਲਵੇ। ਮਨ ਕੀ ਬਾਤ 'ਚ ਕਹਿੰਦੇ ਸੀਗੇ, ਮਨ ਕੀ ਬਾਤ ਦੇ ਵਿੱਚ ਕੀ ਤੁਸੀਂ ਆਪਣਾ ਕੋਈ ਸੰਘਰਸ਼ ਬਾਰੇ ਕਿਉਂ ਗੱਲ ਕੀਤੀ? ਮਨ ਕੀ ਬਾਤ ਵਿੱਚ ਤਾਂ ਉਹ ਆਪਣੇ ਮਨ ਦੀ ਬਾਤ ਕਹਿੰਦੇ ਆ, ਪਬਲਿਕ ਦੀ ਤਾਂ ਸੁਣਦੇ ਨਹੀਂ ਆ। ਇਹ ਤਾਂ ਉਹਨਾਂ ਦੀ ਮਨ ਕੀ ਬਾਤ ਆ, ਸਾਨੂੰ ਤਾਂ ਅਸੀਂ ਕਦੇ ਉਹਨਾਂ ਦੀ ਮਨ ਕੀ ਬਾਤ ਸੁਣਦੇ ਨਹੀਂ ਆ। ਪਬਲਿਕ ਦੀ ਬਾਤ ਤੋਂ ਸੁਣਨ ਨਾ, ਪਬਲਿਕ ਕੀ ਕਰਨ ਕਹਿੰਦੀ ਆ। ਇਹ ਜਿਹੜੇ ਜਿੰਨੀ ਕੰਡਿਆਲੀ ਤਾਰ ਉੱਥੇ ਲਾਈ ਹੋਇਆ ਇਹ ਦਿੱਲੀ ਦੇ ਦੁਆਲੇ ਲਾਈ ਆ, ਕੀ ਪੰਜਾਬ ਤੋਂ ਹਰਿਆਣੇ ਤੋਂ ਇੰਨਾ ਖਤਰਾ ਹੋ ਗਿਆ? ਆਪਣੇ ਦੇਸ਼ ਵਾਸੀਆਂ ਤੋਂ ਹੀ ਖਤਰਾ ਹੋ ਗਿਆ ਸੈਂਟਰ ਸਰਕਾਰ ਨੂੰ। ਨਹੀਂ, ਉਹ ਤਾਂ ਕਹਿੰਦੇ ਵੀ ਕੋਈ ਅਨਹੋਣੀ ਘਟਨਾ ਨਾ ਵਾਪਰੇ ਇਸ ਕਰਕੇ, ਕਿਉਂਕਿ ਦੇਖ ਚੁੱਕੇ ਹੋ ਉਹ ਤਾਂ ਕਰਕੇ ਕਰ ਰਿਹਾ ਬੈਰੀਕੇਟਿੰਗ। ਅਨਹੋਣੀ ਘਟਨਾ ਕਿੱਦਾਂ ਦੀ ਵਾਪਰ ਸਕਦੀ ਆ? ਉਹ ਤਾਂ ਆਪਣਾ ਹੱਕ ਲੈਣੇ, ਪੀਸਫੁਲੀ ਬੈਠੇ ਆ, ਆਪਣੀ ਰੋਟੀ ਪਾਣੀ ਲੰਗਰ ਪਕਾ ਕੇ ਖਾਂਦੇ ਆ, ਕੋਈ ਗਵਰਨਮੈਂਟ ਤੋਂ ਮੰਗਦੇ ਤਾਂ ਨਹੀਂ। ਉਹ ਕਾਨੂੰਨ ਦੀ ਗੱਲ ਆ, ਉਹਨਾਂ ਨੂੰ ਕਹਿੰਦੇ ਕਾਨੂੰਨ ਨੂੰ ਰੀਅਪੀਲ ਕਰੋ। ਮੈਂ ਤਾਂ ਇਹ ਗੱਲ ਕਹਿਣਾ, ਜਥੇਬੰਦੀਆਂ ਸਾਡੀਆਂ ਉੱਥੋਂ ਬਾਰ-ਬਾਰ ਸਟੇਜ ਤੋਂ ਕਹਿ ਚੁੱਕੀਆਂ। ਮੈਂ ਕਹਿੰਦਾ ਇੱਕ ਕਾਲ ਦੀ ਦੂਰੀ ਵੀ ਨਹੀਂ, ਉੱਥੋਂ ਕੁਝ ਕਿਲੋਮੀਟਰ ਦੀ ਦੂਰੀ ਆ। ਪ੍ਰਾਈਮ ਮਿਨਿਸਟਰ ਖੁਦ ਆ ਕੇ ਗੱਲ ਕਰ ਸਕਦੇ ਉੱਥੇ ਸਟੇਜ ਤੇ ਕਹਿ ਦੇਣ, ਪਰ ਕਹਿਣ ਤਦ ਜੇ ਉਹਨਾਂ ਦੇ ਮਨ 'ਚ ਕਿਸਾਨਾਂ ਪ੍ਰਤੀ ਰਹਿਮ ਹੋਵੇ। ਉਹ ਤਾਂ ਸਾਨੂੰ ਰੋਜ਼ ਅੱਤਵਾਦੀ ਵੱਖਵਾਦੀ ਕਹਿੰਦੇ ਆ। ਜਿਹੜੀ ਗੱਲ ਤੁਸੀਂ ਕੀਤੀ ਆ ਉਹ ਤਾਰਾਂ ਦੀ ਜਾਂ ਕੰਡਿਆਂ ਦੀ, ਉਹ ਤਾਂ ਇੱਕ ਇਤਿਹਾਸ ਸਰਜਰੀ ਆ। ਗੌਰਮੈਂਟ ਜਿਹੜਾ ਆਉਣ ਵਾਲੇ ਸਮੇਂ 'ਚ ਲੋਕੀ ਯਾਦ ਰੱਖਣਗੇ ਬਈ ਜਿੱਥੇ ਜਦੋਂ ਤਾਂ ਚੀਨ ਦੇ ਬਾਰਡਰ ਤੇ ਲੋੜ ਪੈਂਦੀ ਆ ਉੱਥੇ ਨਾ ਕੋਈ ਬੰਕਰ ਵੀ ਨਹੀਂ ਬਣਦੇ, ਉੱਥੋਂ ਸਾਡੇ ਸੈਨਿਕ ਜਿਹੜੇ ਠੰਡ ਨਾਲ ਸ਼ਹੀਦ ਹੋਈ ਜਾਂਦੇ ਆ, ਪੂਰਾ ਸਮਾਨ ਨਹੀਂ ਪ੍ਰੋਵਾਈਡ ਹੁੰਦਾ, ਤੇ ਇੱਥੇ ਆ ਕੇ ਉਹ ਸਾਡੇ ਖਿਲਾਫ ਇਹ ਕੰਡੇ ਕੱਢ ਰਹੇ ਆ, ਤਾਰਾਂ ਲਾ ਰਹੇ ਆ। ਇਹ ਕੋਈ ਗੱਲ ਨਹੀਂ, ਕਿਸਾਨ ਜਥੇਬੰਦੀਆਂ ਨੇ ਕਦੇ ਵੀ ਡਿਨਾਈ ਨਹੀਂ ਕੀਤਾ ਵੀ ਅਸੀਂ ਗੱਲਬਾਤ ਤੋਂ ਭੱਜੇ ਆ। ਪਰ ਤੁਸੀਂ ਅਧੂਰੀ ਗੱਲ ਕਰਦੇ ਆ। ਤੁਸੀਂ ਕਹਿੰਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਮੈਂ ਇੱਕ ਕਾਲ ਦੀ ਦੂਰੀ ਤੇ ਆ, ਉਹਨਾਂ ਨੇ ਨਾਲ ਦੂਜਾ ਲਫ਼ਜ਼ ਕੀ ਵਰਤਿਆ? ਜੋ ਸਾਡਾ 22 ਦੀ ਮੀਟਿੰਗ ਦਾ ਪ੍ਰਸਤਾਵ ਹੈ ਅਸੀਂ ਉੱਤੇ ਖੜੇ ਆ, ਫਿਰ ਗੱਲਬਾਤ ਦਾ ਕੀ ਫਾਇਦਾ ਹੋਊਗਾ? ਮਤਲਬ ਉਹਨੇ ਕਿਹਾ 1.5 ਸਾਲ ਤੱਕ ਅਸੀਂ ਇਹਨੂੰ ਲਾਗੂ ਨਹੀਂ ਕਰਾਂਗੇ, ਜਿਹੜੀਆਂ ਤੁਹਾਡੀਆਂ ਸੋਧਾਂ ਸਾਰੀਆਂ ਮੰਨਣ ਨੂੰ ਤਿਆਰ ਆ। ਉੱਥੇ ਕੀ ਸਟੈਂਡ ਹੈ ਆਪਣਾ ਕਿਸਾਨ? ਦੇਖੋ ਜੀ, ਸੋਧਾਂ ਦੀ ਗੱਲ ਜਦੋਂ ਪਹਿਲੀ ਮੀਟਿੰਗ ਤੋਂ ਹੋ ਰਹੀ ਆ, 11 ਮੀਟਿੰਗਾਂ ਸੋਧਾਂ ਦੀ ਗੱਲ ਹੋਈ ਆ। ਅਸੀਂ ਚਾਹੁੰਦੇ ਆ ਸੋਧ ਕਿਉਂ ਕਰਨੀ ਜਦੋਂ ਕਾਨੂੰਨ ਗਲਤ ਹੈ? ਇਹਦਾ ਮਤਲਬ ਹਲੇ ਕਾਨੂੰਨਾਂ ਨੂੰ ਲਾਗੂ ਵੀ ਨਹੀਂ ਹੋਇਆ, ਅਜੇ ਤਾਂ ਬੇਸਿਕ ਲਾਗੂ ਵੀ ਨਹੀਂ ਹੋਏ। ਉਦੋਂ ਹੀ ਉਹਨਾਂ ਦੇ ਸੋਧਾਂ ਦੀ ਮੰਗ ਗਵਰਨਮੈਂਟ ਮੰਨ ਰਹੀ ਹੈ, ਇਹਦਾ ਮਤਲਬ ਕਾਨੂੰਨ ਗਲਤ ਹੈ। ਅਸੀਂ ਇਹ ਮੰਗ ਕੀਤੀ ਉਹਨਾਂ ਕੋਲ, ਸਾਡੇ ਜਥੇਬੰਦੀਆਂ ਨੇ, ਜੋ ਸਾਨੂੰ ਪਤਾ ਲੱਗਦਾ ਤੁਸੀਂ ਇਹ ਕਾਨੂੰਨ ਜਿਹੜੇ ਰੱਦ ਕਰੋ, ਰੀਪੀਲ ਕਰੋ, ਨਵੇਂ ਕਾਨੂੰਨ ਤਿਆਰ ਕਰੋ, ਜਥੇਬੰਦੀਆਂ ਨੂੰ ਨਾਲ ਲਓ, ਨਵੇਂ ਬਣਾ ਲਓ। ਕੱਲ ਲੋਕ ਸਭਾ ਦੇ ਵਿੱਚ ਨਰਿੰਦਰ ਤੋਮਰ ਖੇਤੀ ਮੰਤਰੀ ਨੇ ਇਹੀ ਗੱਲ ਕਹੀ ਵੀ ਮੈਨੂੰ ਨਹੀਂ ਸਮਝ ਆ ਰਹੀ ਵੀ ਕਿੱਥੇ ਕਾਨੂੰਨ ਗਲਤ ਹੈ। ਅਗਰ ਸੋਧ ਕਰਨਾ ਗਲਤ ਹੈ ਤਾਂ ਕਾਨੂੰਨ ਗਲਤ ਨਹੀਂ ਹੋ ਸਕਦਾ। ਸੋਧਾਂ ਹਰ ਇੱਕ ਵਿੱਚ ਜਿਹੜਾ ਕਿਸੇ ਦੇ ਵੀ ਸੁਧਾਰ ਤਾਂ ਹਰ ਜਗ੍ਹਾ ਹੀ ਹੋ ਸਕਦਾ। ਜੇ ਸੁਧਾਰ ਕਰਨ ਵਾਸਤੇ ਗੱਲ ਕਰੋ, ਨਾ ਕਿ ਤੁਸੀਂ ਕਾਨੂੰਨ ਰੱਦ ਕਰਨ ਵਾਸਤੇ ਗੱਲ ਕਰੋ। ਸਿਰਫ ਇੱਕ ਸਟੇਟ ਦੀ ਉਹਨਾਂ ਨੇ ਗੱਲ ਕੀਤੀ ਆ, ਉਹ ਕਹਿੰਦੇ ਮੈਂ ਤਿਆਰ ਆ, ਜਿੰਨੀਆਂ ਵੀ ਮੇਰੇ ਨਾਲ ਗੱਲਾਂ ਹੋਈਆਂ ਇੱਦਾਂ ਕੁਝ ਆਪਣੇ ਰਾਗੂ ਜਿੰਨੇ ਵੀ ਆਗੂ ਆ ਇਹ ਦੁਬਾਰਾ ਤਿਆਰ ਆ ਕਿ ਨਹੀਂ? ਤੋਮਰ ਸਾਹਿਬ ਦੀ ਗੱਲ ਦੱਸਦਾ ਮੈਂ ਇਸ ਗੱਲ ਦਾ ਬਿਲਕੁਲ ਐਗਰੀ, ਉਹਨਾਂ ਨੂੰ ਹਮਦਰਦੀ ਰੱਖਦਾ। ਮੈਂ ਤੋਮਰ ਸਾਹਿਬ ਨੂੰ ਨਹੀਂ ਸਮਝ ਆ ਰਹੀ, ਉਹ ਸਮਝਦੇ ਨਹੀਂ ਆ ਰਹੇ, ਕਿਉਂਕਿ ਖੇਤ 'ਚੋਂ ਨਹੀਂ ਪੈਰ ਪਾ ਕੇ ਦੇਖਿਆ ਨਹੀਂ, ਉਹਨੇ ਕਿਸੇ ਬੌਲਦਾਂ ਦੇ ਹਲ ਨੂੰ ਹੱਥ ਲਾ ਕੇ ਦੇਖਿਆ ਨਹੀਂ, ਉਹਨੇ ਕਦੇ ਕਹੀ ਨਹੀਂ ਚੱਕੀ, ਉਹਨਾਂ ਨੂੰ ਨਹੀਂ ਸਮਝ ਆ ਰਹੇ। ਵਾਕਿਆ ਪੱਕੀ ਗੱਲ ਹੈ, ਉਹਨਾਂ ਦਾ ਕਸੂਰ ਨਹੀਂ ਇਹਦੇ ਵਿੱਚ। ਪਰ ਗੱਲ ਜਿਹੜੀ ਹੈਗੀ ਇਹ ਗੱਲ ਹੈ ਵੀ ਜੋ ਉਹ ਕੱਲ ਬੋਲੇ ਆ ਉੱਥੇ ਪਾਰਲੀਮੈਂਟ ਦੇ ਵਿੱਚ, ਇਹ ਮੌਕਾ ਪਹਿਲਾਂ ਦਿੰਦੇ। ਉਹਨੇ ਜਦੋਂ ਬਿੱਲ ਪਾਸ ਕਰਾਏ ਆ, ਕਿਉਂ ਆਵਾਜ਼ ਦੀ ਧੁਨੀ ਨਾਲ ਪਾਸ ਕਰਾਏ ਆ? ਕਿਉਂ ਨਹੀਂ ਉਹਨਾਂ ਦੇ ਬਹਿਸ ਕੀਤੀ? ਕਿਉਂਕਿ ਉਹਨਾਂ ਨੂੰ ਪਤਾ ਸੀ ਸਾਡੇ ਕਾਨੂੰਨ ਗਲਤ ਹੈ, ਪਾਸ ਨਹੀਂ ਹੋਣੇ। ਤੋਮਰ ਸਾਹਿਬ ਜਿਹੜੀ ਗੱਲ ਕਰ ਰਹੇ ਆ ਉਹਨਾਂ 'ਤੇ ਬਿਲਕੁਲ ਕੋਈ ਪਾਵਰ ਨਹੀਂ ਹੈਗੀ, ਉਹਨਾਂ ਨੂੰ ਜ਼ਿਆਦਾ ਪਾਵਰ ਤਾਂ ਅਡਾਨੀ ਅੰਬਾਨੀ ਦੀ ਹੈ। ਉਹ ਇੱਦਾਂ ਪੈਰ ਨਾਲ ਦਬਕਾ ਮਾਰਦੇ ਤਾਂ ਪ੍ਰਾਈਮ ਮਿਨਿਸਟਰ ਬਹਿਣ ਵਾਲੀ ਗੱਲ ਹੋਈ ਉਹ ਆ ਜੋ ਲਿਖਾਈ ਦੇ ਰਿਹਾ। ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਉਹ ਮੁਲਕ ਦੀ ਪੂਰੇ ਦੀ ਐਨ ਕਹਦੀ ਰਾਜਾ ਹੁੰਦਾ ਇੱਕ ਤਰ੍ਹਾਂ ਦਾ, ਪਰ ਰਾਜਾ ਹੁੰਦਾ ਲੋਕਾਂ ਦਾ ਗੁਲਾਮ ਉਹ, ਕਿਉਂਕਿ ਲੋਕਾਂ ਨੇ ਚੁਣਿਆ ਹੁੰਦਾ। ਉਹ ਕੋਈ ਜੱਦੀ ਰਾਜ ਨਹੀਂ ਹੈਗਾ। ਉਹ ਇਹ ਭੁੱਲ ਚੁੱਕਾ ਵੀ ਮੈਨੂੰ ਖਰੇ ਦੁਬਾਰਾ ਲੋਕਾਂ ਨੂੰ ਮੈਂ ਵੋਟਾਂ ਨਹੀਂ ਲੈਣੀਆਂ। ਜਿਹੜਾ ਉਹਨੂੰ ਜਿਸ ਤਰ੍ਹਾਂ ਗੱਲ ਹੋਈ ਆ ਉਹਨੂੰ ਲੋਕਤੰਤਰ ਤਰੀਕੇ ਨਾਲ ਉਹਨੂੰ ਹਰਾਇਆ ਜਾਊਗਾ। ਉਹਦੀ ਸ਼ੁਰੂਆਤ ਤੁਸੀਂ ਕਹਿੰਦੇ ਨਹੀਂ ਹੋਈ, ਮੈਂ ਕਹਿੰਦਾ ਹੋ ਗਈ ਆ। ਪੰਜਾਬ ਤੋਂ ਅਸੀਂ ਤੁਰੇ ਸੀ, ਹਰਿਆਣਾ ਸਾਡਾ ਛੋਟਾ ਵੀ ਰਲਿਆ, ਰਾਜਸਥਾਨ ਰਲਿਆ, ਉੱਤਰ ਪ੍ਰਦੇਸ਼ ਰਲਿਆ। ਹੁਣ ਜੇ ਉੱਤਰ ਪ੍ਰਦੇਸ਼ ਰਲਿਆ ਨਾ, ਤੁਸੀਂ ਸਮਝੋ ਜੇ ਪ੍ਰਾਈਮ ਮਿਨਿਸਟਰ ਦੀ ਕੁਰਸੀ 4 ਪੈਰ ਆ, 2 ਪੈਰ ਹਿੱਲਣ ਲੱਗ ਪਏ ਆ। ਆਪਾਂ ਨੂੰ ਪਤਾ 80 ਸੀਟਾਂ ਆ, ਯੂਪੀ ਤੈਅ ਕਰਦੀ ਆ ਸਰਕਾਰ ਬਣਾਉਣੀ। ਸਮੱਸਿਆ ਕੀ ਆ ਰਹੀ ਆ? MP ਮਹਾਰਾਸ਼ਟਰ ਤੇ ਆਪਣੇ ਬਿਹਾਰ ਦੀ, ਉਹਨਾਂ ਲੋਕਾਂ ਕੋਲ ਇੰਨੀ ਪੂੰਜੀ ਨਹੀਂ ਕਿ ਉਹ ਸਾਧਨ ਲੈ ਕੇ ਉਹ ਟ੍ਰੇਨਾਂ ਦਾ ਕਿਰਾਇਆ ਲਾ ਕੇ ਇੱਥੇ ਪਹੁੰਚ ਸਕਣ। ਅੱਜ ਤੁਸੀਂ ਦੇਖਿਓ, ਤੁਸੀਂ ਨਿਊਜ਼ ਮਾਇਰਾਂ ਨੇ ਦੇਖਿਓ ਜਿਹੜੇ ਚੈਨਲ ਪਰ NDTV ਇੰਡੀਆ ਜਾਂ ਨਿਊਜ਼ 24 ਵਰਗੇ ਆ, ਤੁਸੀਂ ਅੱਜ ਦੁਆ ਨਾ ਦੇਖਿਓ ਵੀ ਜਿਹੜਾ ਜੀ ਨਿਊਜ਼ ਦੇਖਣਾ ਜਾਂ ਦੇਖਣਾ ਆਰ ਭਾਰਤ, ਉਹਨਾਂ ਨੂੰ ਤਾਂ ਜੋ ਭੌਂਕਣਾ ਭੌਂਕੀ ਜਾਣਾ। ਉਹ ਗੱਲ ਹੈ ਅੱਜ ਤੁਹਾਨੂੰ ਦੱਸੂਗੇ, ਸਾਰੇ ਪੂਰੇ ਮੁਲਕ ਦੇ ਵਿੱਚ ਪ੍ਰੋਟੈਸਟ ਹੋਊਗਾ ਇਹਦਾ ਬਹੁਤ ਵੱਡੀ ਸਕੇਲ ਤੇ। ਉਹ ਗੱਲ ਹੈ ਲੋਕੀ ਹੁਣ ਜਗ ਪਏ ਆ। ਕਮੀ ਇਹ ਹੀ ਆ ਵੀ ਉਹਨਾਂ ਲੋਕਾਂ ਕੋਲ ਸਮਰੱਥਾ ਨਹੀਂ ਦਿੱਲੀ ਪਹੁੰਚਣ ਦੀ, ਪਰ ਉਹ ਆਪਣੇ ਲੈਵਲ ਤੇ ਪੂਰਾ ਕਰਨਗੇ, ਜ਼ੋਰ ਲਾਉਣਗੇ। ਮੇਨ ਗੱਲ ਹੈ ਜਿਹੜੀ ਕਿਸਾਨ ਆਗੂ ਨੇ ਸ਼ੁਰੂ ਤੋਂ ਲੈ ਕੇ ਚੱਲੇ ਵੀ ਅਸੀਂ ਸਿਆਸੀ ਰੰਗਤ ਨਹੀਂ ਦੇਣੀ, ਸਿਆਸੀ ਸਟੇਜ ਕਿਸੇ ਵੀ ਸਿਆਸੀ ਪਾਰਟੀ ਨੂੰ ਨਹੀਂ ਦੇਣੀ, ਪਰ ਪਿੱਛੋਂ ਚਾਹੇ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ,
ਚਾਹੇ ਆਮ ਆਦਮੀ ਪਾਰਟੀ ਆ, ਸਾਰੇ ਉਸ ਤੁਹਾਡੇ ਜਿਹੜੇ ਹੈ ਹਮਾਇਤ ਕਰਨ ਨੂੰ ਤਿਆਰ ਆ। ਕੱਲ ਵੀ ਲੋਕ ਸਭਾ ਦੇ ਵਿੱਚ ਭਗਵੰਤ ਮਾਨ ਨੇ ਗੱਲ ਕੀਤੀ ਆ, ਸੰਜੇ ਸਿੰਘ ਨੇ ਗੱਲ ਕੀਤੀ, ਉਹਨਾਂ ਨੂੰ ਬਾਹਰ ਵੀ ਸੁੱਟਿਆ ਗਿਆ। ਅਕਾਲੀ ਦਲ ਸੁਖਬੀਰ ਬਾਦਲ ਨੇ ਵੀ ਗੱਲ ਕੀਤੀ ਆ, ਇੱਧਰੋਂ ਕਾਂਗਰਸ ਦੇ ਵੀ ਗੱਲ ਕਰ ਰਿਹਾ, ਕੈਪਟਨ ਅਮਰਿੰਦਰ ਸਿੰਘ ਵੀ ਗੱਲ ਕਰ ਰਿਹਾ, ਰਾਹੁਲ ਗਾਂਧੀ ਵੀ ਗੱਲ ਕਰ ਰਿਹਾ। ਕੀ ਹੁਣ ਵਾਕਈ ਕਿਸਾਨੀ ਅੰਦੋਲਨ ਦੇ ਵਿੱਚ ਸਿਆਸਤ ਨੇ ਪੈਰ ਰੱਖ ਲਿਆ? ਕਿਉਂਕਿ ਉੱਥੇ ਅੱਗੇ ਆਗੂ ਨਹੀਂ ਸੀ ਗਏ, ਉੱਥੇ ਹੁਣ ਰਾਜਨੀਤਿਕ ਜਿੰਨੇ ਵੀ ਆਗੂ ਉੱਥੇ ਜਾ ਰਹੇ ਨੇ ਉਹ ਪਹੁੰਚ ਰਹੇ ਨੇ, ਔਰ ਉੱਥੇ ਸੁਖਬੀਰ ਬਾਦਲ ਨੇ ਸ਼੍ਰੀ ਅੰਮ੍ਰਿਤਸਰ ਦਾ ਜਲ ਵੀ ਪਿਲਾਇਆ ਉਹਨਾਂ ਨੂੰ। ਤਾਂ ਇਹ ਸਮਝਦੇ ਹੋ ਵੀ ਵਾਕਈ ਹੁਣ ਦੁਬਾਰਾ ਜਿਹੜਾ ਸਿਆਸੀ ਦੌਰ ਜਿਹੜਾ ਇਹ ਸਿਆਸੀ ਰੰਗਤ ਮਿਲ ਗਈ ਆ ਕਿਸਾਨ ਅੰਦੋਲਨ? ਹੁਣ ਸੁਣੋ, ਤੁਸੀਂ ਜਿਹੜੀ ਗੱਲ ਕੀਤੀ ਪੋਲੀਟੀਕਲ, ਤੁਸੀਂ ਵੀ ਪੋਲੀਟੀਕਲ ਹੋਵੋਗੇ। ਜਿਹੜਾ ਬੰਦਾ, ਅਸੀਂ ਪੋਲੀਟੀਕਲ ਨਹੀਂ ਆ, ਅਸੀਂ ਮੀਡੀਆ ਵੋਟ ਪਾਉਂਦਾ ਨਹੀਂ, ਵੋਟ ਤਾਂ ਤੁਸੀਂ ਪਾਉਂਦੇ ਨਾ, ਵੋਟ ਆਪਾਂ ਪਾਰਟੀ ਨੂੰ ਪਾਉਂਦੇ, ਪੋਲੀਟੀਕਲ ਪਾਰਟੀ ਨੂੰ ਆਪਾਂ ਉਹ ਸੋਚ ਕੇ ਪਾਵਾਂਗੇ। ਇਹ ਡਿਨਾਈ ਨਹੀਂ ਕਰਦੇ, ਸਾਰੇ ਬੰਦੇ ਪੋਲੀਟੀਕਲ ਤੌਰ ਤੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਏ ਆ। ਪਰ ਅੱਜ ਜਿਹੜਾ ਵਕਤ ਆ, ਉਹ ਪਾਰਟੀਆਂ ਵੀ ਸਾਡਾ ਸਾਥ ਦੇ ਰਹੀਆਂ। ਕੋਈ ਪਾਰਟੀ ਨੂੰ ਵੀ ਪਤਾ ਆ ਵੀ ਕਿਸਾਨਾਂ ਨੇ ਕਿਹਾ ਨਾ ਮੰਚ ਸਾਂਝਾ ਕਰਨਾ ਸੀ, ਤੁਸੀਂ ਜੇ ਸਪੋਰਟ ਕਰਨੀ ਕਰੋ। ਅਸੀਂ ਉਹਨਾਂ ਨੂੰ ਨਾ ਨਹੀਂ ਕੀਤੀ, ਕਿਉਂਕਿ ਕਿਤੇ ਨਾ ਕਿਤੇ ਮੈਂ ਵੀ ਕਿਸੇ ਪਾਰਟੀ ਨਾਲ ਜੁੜਿਆ, ਕਿਤੇ ਨਾ ਕਿਤੇ ਤੁਸੀਂ ਵੀ ਕਿਸੇ ਪਾਰਟੀ ਨਾਲ ਜੁੜੇ ਹੋਵੋਗੇ। ਆਪਾਂ ਜਿਹੜਾ ਵੋਟਰ ਹੁੰਦਾ, ਉਹ ਜਿਹੜਾ ਵੋਟਰ ਹੁੰਦਾ ਵੀ ਪੋਲੀਟੀਕਲ ਹੀ ਹੁੰਦਾ ਇੱਕ ਤਰ੍ਹਾਂ ਦਾ। ਉਹ ਕਿਸੇ ਪਾਰਟੀ ਨੂੰ ਵੋਟ ਪਾਊਗਾ ਤਾਂ ਉਹਦਾ ਪੋਲੀਟੀਕਲ ਵਿਚਾਰ ਸੁਣ ਕੇ ਪਾਊਗਾ। ਇਸ ਕਰਕੇ ਮੈਂ ਕਹਿੰਦਾ ਚੰਗੀ ਗੱਲ ਹੈ, ਮਾੜੀ ਗੱਲ ਨਹੀਂ। ਜੇ ਉਹ ਇਹ ਆਵਾਜ਼ ਉਠਾਉਂਦੇ ਆ, ਇਸ ਸੰਘਰਸ਼ ਦੀ ਪਿੱਛੋਂ ਸਪੋਰਟ ਕਰਦੇ ਆ, ਚੰਗੀ ਮਨਸ਼ਾ ਦੇ ਨਾਲ ਕਾਮਯਾਬੀ ਕਰਨ ਨੂੰ ਸਾਨੂੰ ਕੋਈ ਇਤਰਾਜ਼ ਨਹੀਂ। ਸਾਡੇ ਜਥੇਬੰਦੀ ਨੇ ਕਿਹਾ ਹੈ, ਕੋਈ ਸਿਆਸੀ ਆਗੂ ਆਵੇ ਸਾਡੇ ਵਿੱਚ ਬੈਠੇ ਹਾਂ ਦਾ ਨਾਰਾ ਮਾਰੇ, ਉਹਨੂੰ ਸਟੇਜ ਤੋਂ ਬੋਲਣ ਦੀ ਇਜਾਜ਼ਤ ਨਹੀਂ, ਤੇ ਨਾ ਉਹਨੂੰ ਸਾਡੇ ਨਾਲ ਖੜਨ ਦੀ ਇਜਾਜ਼ਤ ਆ। ਕੁਝ ਗੱਲਾਂ ਹੋ ਜਾਂਦੀਆਂ, ਕਈ ਵਾਰੀ ਉਹ ਜਾਣ ਕੇ ਨਹੀਂ ਪਤਾ ਲੱਗਦਾ, ਬੰਦੇ ਆ ਜਾਂਦੇ ਨਹੀਂ ਜਾਣਦੇ ਹੁੰਦੇ, ਪਰ ਇਹ ਏਜੰਡਾ ਜਿਹੜਾ ਹੁਣ ਤੱਕ ਕਾਇਮ ਹੈ ਅਜੇ ਤੱਕ। ਕੱਲ੍ਹ ਹਰਸਿਮਰਤ ਕੌਰ ਬਾਬਰ ਬੀਬਾ ਨੇ ਵੀ ਉੱਥੇ 15 ਜਿਹੜੇ ਸਿਆਸੀ ਲੀਡਰ ਸੀਗੇ ਉਹ ਪਾਰਟੀਆਂ ਨੂੰ ਲੈ ਕੇ ਗਏ ਸੀ, ਪਰ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਉਹਨਾਂ ਨੇ। ਇਹ ਮੈਂ ਸੋਚਦਾ ਵੀ ਥੋੜ੍ਹਾ ਜਿਹਾ ਲੇਟ ਚੱਲੇ ਆ, ਮੈਂ ਇਹਨੂੰ ਲੇਟ ਸਮਝਦਾ। ਮੈਨੂੰ ਉਮੀਦ ਸੀ ਵੀ ਜਿੰਨੇ ਵੀ ਆਪਣੇ ਪੰਜਾਬ ਦੇ, ਹਰਿਆਣੇ ਦੇ, ਰਾਜਸਥਾਨ ਦੇ MLA ਆ, ਜਿਹੜੇ ਕਿਸਾਨ ਸਰਕਾਰ ਪੱਖੀ ਨਹੀਂ, ਪੰਜਾਬ ਦੇ MP, ਹਰਿਆਣੇ ਦੇ MP ਜਿੰਨੇ ਨਹੀਂ ਸਰਕਾਰ ਪੱਖੀ, ਉਹ ਜਾ ਕੇ ਪਾਰਲੀਮੈਂਟ ਦੇ ਮੂਹਰੇ ਬੈਠਣ ਸਾਰੇ ਇਕੱਠੇ ਹੋ ਕੇ। ਚਲੋ ਉਹਨਾਂ ਨਾਲ ਹੋਣਾ ਕੁਝ ਨਹੀਂ, 5-4 MP ਬੈਠੇ ਵੀ ਆ, ਉਹਨਾਂ ਨਾਲ ਗੱਲ ਨਹੀਂ ਬਣੀ। ਸਾਰਿਆਂ ਨੂੰ ਬੈਠਣਾ ਚਾਹੀਦਾ, ਫਰਜ਼ ਬਣਾਉਣਾ ਚਾਹੀਦਾ, ਕਿਉਂਕਿ ਲੜਾਈ ਜਿਹੜੀ ਆ ਪੰਜਾਬ ਦੀ, ਹਰਿਆਣੇ ਦੀ, ਸਾਰੇ ਕਿਸਾਨਾਂ ਦੀ ਆ। ਇਹ ਕਿਸੇ ਧਰਮ ਦੀ ਲੜਾਈ ਨਹੀਂ, ਕਿਸੇ ਇੱਕ ਸਟੇਟ ਦੀ ਲੜਾਈ ਨਹੀਂ। ਤੁਸੀਂ ਗੱਲ ਕੀਤੀ ਐਮਪੀਆਂ ਦੀ, MP ਜਿੱਦਾਂ ਕਾਂਗਰਸ ਦੇ MP ਰਮਨੀਤ ਬਿੱਟੂ ਹੈ, ਹੋਰ ਔਜਲਾ, ਹੋਰ ਸਾਰੇ ਬੈਠੇ ਉੱਥੇ, ਤੇ ਕੀ ਸਮਝਦੇ ਹੋ ਵੀ ਉਹ ਜਿਹੜੀ ਹੈ ਉਹਨਾਂ ਦੀ ਆਵਾਜ਼ ਸਹੀ ਸੀ? ਜੋ ਉਹਨਾਂ ਨੇ ਪਹਿਲਾਂ ਕਿਸਾਨਾਂ ਵਿੱਚ ਗਏ, ਉਹਨਾਂ ਦਾ ਵੀ ਕੁੱਟਮਾਰ ਹੋਈ ਆ, ਉਹ ਉਹਨਾਂ ਨੂੰ ਜਨਤਕ ਤੰਤਰ ਉੱਥੇ ਤੰਤਰ ਮੰਤਰ ਤੇ ਬੈਠਣਾ ਚਾਹੀਦਾ, ਜਾਂ ਉਹ ਤੁਹਾਡੀ ਆਵਾਜ਼ ਜਿਹੜੀ ਬੁਲੰਦ ਸਿਰਫ ਲੋਕ ਸਭਾ ਦੇ ਮੂਹਰੇ ਅੰਦਰ ਕਰਨੀ ਚਾਹੀਦੀ, ਜਾਂ ਅੰਦਰ ਬੋਲਣੀ ਚਾਹੀਦੀ ਹੈ? ਕਿਉਂਕਿ ਅੰਦਰੋਂ ਤਾਂ ਵਾਕਆਊਟ ਕਰ ਲੈਂਦੇ ਨੇ। ਮੈਂ ਤਾਂ ਇਹ ਗੱਲ ਕਰਦਾ, ਕੋਈ ਹੋਵੇ ABCD, ਕੋਈ ਹੋਵੇ, ਨਾ ਨਹੀਂ ਕਿਸੇ ਦਾ ਲੈਣ ਦੀ ਲੋੜ। ਰਮਨੀਤ ਬਿੱਟੂ ਹੋਵੇ, ਕੋਈ ਹੋਵੇ, ਔਜਲਾ ਹੋਵੇ, ਜੀਰਾ ਹੋਵੇ, ਮੈਂ ਤਾਂ ਕਹਿੰਦਾ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਖੁਦ ਹੋਣ, ਉਹ ਜਾ ਕੇ ਬਾਹਰ ਬੈਠਣ ਪਾਰਲੀਮੈਂਟ ਦੇ। ਇੱਕ ਸਾਡਾ ਲੋਕਤੰਤਰ ਦਾ ਅਧਿਕਾਰ ਆ ਪ੍ਰੋਟੈਸਟ ਕਰਨਾ। ਇਸ ਕਰਕੇ ਇਕੱਲੇ 5-4 MPਆਂ ਦੀ ਗੱਲ ਨਹੀਂ, ਸਾਰੇ ਆਮ ਆਦਮੀ ਦੇ ਜਿੰਨੇ ਵੀ ਹੈਗੇ ਆ, ਭਾਵੇਂ ਇੱਕ MP ਆ ਪੰਜਾਬ 'ਚੋਂ, ਜਿੱਦਾਂ ਵੀ ਆ, ਸਾਰੇ ਬਹਿਣ। ਇਹ ਲੜਾਈ ਸਾਰਿਆਂ ਦੀ ਆ। ਉਨੀ ਪਾਰਟੀਆਂ ਨੇ ਪੰਜਾਬ 'ਚ ਰਹਿਣਾ, ਪੰਜਾਬ 'ਚ ਰਾਜ ਕਰਨਾ, ਤੇ ਪੰਜਾਬ ਦੇ ਲੋਕਾਂ ਦੀ ਰੋਟੀ ਨਾਲ ਉਹਨਾਂ ਦਾ ਮੁੱਦਾ ਜੁੜਿਆ ਆ। ਇਸ ਕਰਕੇ ਉਹਨਾਂ ਨੂੰ ਹਾਂ ਦਾ ਨਾਰਾ ਮਾਰਨਾ ਚਾਹੀਦਾ, ਉਹ ਕੋਈ ਹੋਵੇ। ਪਰ ਇੱਕੋ ਗੱਲ ਮੇਰੀ ਇੱਕ ਸਪਸ਼ਟ ਕਰਨਾ ਚਾਹੁੰਦਾ, ਸ਼ਬਦ ਮੂੰਹ ਦੇ ਵਿੱਚੋਂ ਪੋਲੀਟੀਕਲ ਲੀਡਰ ਉਹੀ ਕੱਢਣ ਜਿਹੜਾ ਉਹਨਾਂ 'ਚ ਪਿੰਡਾਂ 'ਚ ਬਣਨਾ ਸੌਖਾ ਰਹੇ। ਅੱਜ BJP, ਮੈਂ ਕਿੱਥੋਂ ਅਪੀਲ ਵੀ ਕਰਦਾ, ਜੇ ਅੱਜ ਉੱਥੇ BJP ਵਾਲੇ ਕਿੱਲਾਂ ਕੱਢ ਰਹੇ ਆ ਸਾਡੇ ਰਾਹਾਂ ਦੇ ਵਿੱਚ, ਮੈਂ ਬੇਨਤੀ ਕਰਨ ਡਿਆ, ਹੁਣ 14 ਤਰੀਕ ਨੂੰ ਇਲੈਕਸ਼ਨ ਹੋਣੀ ਆ, ਤੁਸੀਂ ਕਿਸੇ ਨਾਲ ਲੜਨਾ ਨਹੀਂ, ਫੱਟਾਂ ਦਾ ਕਿੱਲਾ ਲੈ ਕੇ, ਕਿੱਲਾਂ ਕੱਢ ਕੇ ਫੱਟੇ ਤੇ ਜਦੋਂ BJP ਦਾ ਆਉਂਦਾ ਉਹਨੂੰ ਮੂਹਰੇ ਕਰ ਦਿਓ, ਉਹਦੇ ਮੂਹਰੇ ਕਰੋ ਬਈ। ਹਾਂ ਬਈ ਦੇਖੋ, ਤੁਸੀਂ ਜੋ ਬੀਜਿਆ ਉਹੀ ਵੱਢੋਗੇ। ਕਿਸੇ ਨਾਲ ਲੜਨ ਦਾ ਸਾਡਾ ਕੋਈ ਤਕਰਾਰ ਕਰਨ ਦਾ ਕੋਈ ਸਾਡਾ ਇਰਾਦਾ ਨਹੀਂ। ਬਹੁਤ ਬਹੁਤ ਧੰਨਵਾਦ। ਇਹ ਸਨ ਕਿਸਾਨ ਆਗੂ VK ਜੂਦ, ਜਿਨ੍ਹਾਂ ਦਾ ਕਹਿਣਾ ਪਈ ਜਿੰਨੀਆਂ ਵੀ ਸਿਆਸੀ ਪਾਰਟੀਆਂ, ਉਹਨਾਂ ਦੇ ਮੈਂਬਰ ਪਾਰਲੀਮੈਂਟ ਧਰਨੇ ਤੇ ਬੈਠਣ, ਚਾਹੇ ਕੈਪਟਨ ਅਮਰਿੰਦਰ ਸਿੰਘ ਹੈ, ਚਾਹੇ ਰਮਨੀਤ ਬਿੱਟੂ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਅਕਾਲੀ ਦਲ ਹੈ, ਸਾਰੇ ਸਾਡਾ ਸਾਥ ਦੇਣਾ। ਤਾਂ ਜੰਤਰ ਮੰਤਰ ਤੇ ਬੈਠਣ, ਸਾਡਾ ਸਾਥ ਦੇਣ, ਲੋਕ ਸਭਾ 'ਚ ਸਾਡੀ ਆਵਾਜ਼ ਉਠਾਉਣ। ਹੁਣ ਦੇਖਣਾ ਇਹ ਹੋਊਗਾ ਕਿ ਸਾਰੇ MP ਕੀ ਇਹਨਾਂ ਕਿਸਾਨ ਆਗੂਆਂ ਦੀ ਗੱਲ ਮੰਨਦੇ ਆ ਕਿ ਨਹੀਂ ਮੰਨਦੇ। ਲੁਧਿਆਣਾ ਤੋਂ ਸਿਟੀ ਹੋਮ ਨਿਊਜ਼ ਤੋਂ ਜਸਵਿੰਦਰ ਦੇ ਨਾਲ ਰਾਜੇਸ਼ ਮਹਿਰਾ।